ਗਨੀ ਮਨ ਗੌਰੈ ਪਸ਼ੂ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਪਾਰੈ। ਭੂਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਿਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨ ਹਾਰੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗ ਅਟਲ। ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਧੰਨਤਾ ਦੇ ਯੋਗ ਹੋ ਜਿਨ੍ਹਾਂ ਨੂੰ ਪਾਤਸ਼ਾਹ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੰਤ ਬਾਬਾ ਮੁਖਤਿਆਰ ਸਿੰਘ ਜੀ ਅਤੇ ਹੋਰ ਸਮੁੱਚੀਆਂ ਸੰਗਤਾਂ ਵੱਲੋਂ ਪ੍ਰਬੰਧਕ ਜਨਾਂ ਵੱਲੋਂ ਸੰਤ ਬਾਬਾ ਆਤਮਾ ਸਿੰਘ ਜੀ ਦੀ ਮਿੱਠੀ ਅਤੇ ਪਿਆਰੀ ਯਾਦ ਨੂੰ ਸਮਰਪਿਤ ਉਹਨਾਂ ਦੇ ਤਪ ਸਥਾਨ 'ਤੇ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਦਾਸ ਤੋਂ ਪਹਿਲਾਂ ਗੁਰਮੁਖ ਪਿਆਰੇ ਗੁਰੂ ਘਰ ਦੇ ਸਾਜੇ ਨਿਵਾਜੇ ਕਵੀਸ਼ਰੀ ਜਥੇ ਪਾਸੋਂ ਆਪ ਜੀ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਲਖਤੇ ਜਿਗਰ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਸਤਿਗੁਰੂ ਜੀ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਤਿਨਾਂ ਦੀ ਬਹਾਦਰੀ ਦੇ ਪ੍ਰਸੰਗ ਸਰਵਣ ਕਰ ਰਹੇ ਸੀ, ਜਿਨ੍ਹਾਂ ਨੇ ਸੂਬੇ ਦੀ ਕਚਹਿਰੀ ਦੇ ਵਿੱਚ ਗੱਜ ਵੱਜ ਕੇ ਆਖਿਆ, ਹਮਰੇ ਬੰਸ ਰੀਤ ਇਮ ਆਈ, ਸੀਸ ਦੇਤ ਪਰ ਧਰਮ ਨਾ ਜਾਈ। ਭਾਵੇਂ ਉਮਰ ਦੇ ਵਿੱਚ ਬਹੁਤ ਛੋਟੇ ਸਨ, ਪਰ ਦੂਸਰੇ ਬ੍ਰਹਮ ਗਿਆਨੀਆਂ ਦੀ ਤਰ੍ਹਾਂ, ਸੰਤਾਂ ਦੀ ਤਰ੍ਹਾਂ, ਸ਼ਹੀਦਾਂ ਦੀ ਤਰ੍ਹਾਂ ਬੜੀ ਬਹਾਦਰੀ ਦੇ ਨਾਲ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਸਾਧ ਸੰਗਤ ਜੀ, ਭਗਤ ਫਰੀਦ ਸਾਹਿਬ ਜੀ ਦੇ ਬਚਨ ਹਨ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਭਾਵ ਹੈ ਕਿ ਅੰਦਰ ਵੀ ਸੱਚ ਦਾ ਵਾਸਾ ਹੋ ਜਾਣਾ, ਰਸਨਾ ਤੇ ਵੀ ਸੱਚ ਦਾ ਵਾਸਾ ਹੋ ਜਾਣਾ, ਇਹ ਮਹਾਨ ਨਿਰਮਲ ਪਵਿੱਤਰ ਆਤਮਾ ਦੇ ਜੀਵਨ ਦੇ ਹਿੱਸੇ ਆਇਆ ਹੈ। ਧਰਮ ਦਾ ਬਾਹਰ ਦਾ ਭੇਖ ਬਣਾ ਲੈਣਾ ਕੋਈ ਔਖਾ ਨਹੀਂ ਹੈ, ਪਰ ਅੰਦਰੋਂ ਧਰਮੀ ਹੋ ਜਾਣਾ ਇਹ ਬਹੁਤ ਵੱਡੀ ਘਾਲਣਾ ਦੀ ਗੱਲ ਹੈ, ਬਹੁਤ ਵੱਡੀ ਕਮਾਈ ਦੀ ਗੱਲ ਹੈ। ਪਾਤਸ਼ਾਹ ਜੀ ਦੇ ਬਚਨ ਹਨ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਜਿਨ੍ਹਾਂ ਦੇ ਮਨ ਦੇ ਵਿੱਚ ਵੀ ਸੱਚ ਵਸ ਗਿਆ, ਜਿਨ੍ਹਾਂ ਦੇ ਮੁਖ ਦੇ ਵਿੱਚ ਵੀ ਸੱਚ ਵਸ ਗਿਆ,
ਮਹਿਮਾ ਦੇ ਮਾਲਕ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਹਨ। ਪਹਿਲੇ ਉਹਨਾਂ ਦੀ ਗੱਲ ਕਰਦੇ ਹਨ ਜਿਹੜੇ ਕੇਵਲ ਬਾਹਰੋਂ ਧਰਮ ਦਾ ਲਿਬਾਸ ਪਾਇਆ ਪਰ ਅੰਦਰੋਂ ਅਜੇ ਮੈਲ ਗਈ ਨਹੀਂ। ਜਿਉਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉਂ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ। ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰੇ ਜਿਉਂ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਵੀ ਫਰਮਾਇਆ, ਭੇਖ ਦਿਖਾਵੈ ਜਗਤ ਕੋ, ਲੋਗਨ ਕੋ ਬਸ ਕੀਨ। ਅੰਤ ਕਾਲ ਕਾਤੀ ਕਟਿਓ, ਬਾਸ ਨਰਕ ਮੋਹ ਲੀਨ। ਫਿਰ ਪਾਤਸ਼ਾਹ ਜੀ ਨੇ ਉਹਨਾਂ ਦੀ ਗੱਲ ਕੀਤੀ ਜਿਨ੍ਹਾਂ ਦਾ ਅੰਦਰ ਵੀ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ। ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ। ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ, ਭਲੇ ਸੇਵਨ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ। ਜਿਨ੍ਹਾਂ ਦਾ ਮਨ ਨਿਰਮਲ ਹੋ ਗਿਆ, ਕਹਿੰਦੇ ਫਿਰ ਗੁਰੂ ਉਹਨਾਂ ਦੇ ਹਮੇਸ਼ਾ ਹੀ ਨਾਲ ਹੀ ਰਹਿੰਦਾ ਹੈ, ਉਹਨਾਂ ਦੇ ਅੰਗ ਸੰਗ ਹੈ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਿਆ ਸੀ ਗੁਰਸਿੱਖਾਂ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਨਿਵਾਸ ਕਿੱਥੇ ਹੈ। ਮਹਾਰਾਜ ਜੀ ਨੇ ਬਚਨ ਕੀਤੇ ਸਨ ਕਿ ਸਰੀਰ ਦਾ ਨਿਵਾਸ ਤਾਂ ਅਨੰਦਪੁਰ ਸਾਹਿਬ ਹੈ, ਪਰ ਜਿਹੜਾ ਮਨ ਦਾ ਨਿਵਾਸ ਹੈ ਉਹ ਮੇਰਾ ਖਾਲਸੇ ਦੇ ਅੰਦਰ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਨ। ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਹਉ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੂੰਦੇਰੋ। ਕਹਿੰਦੇ ਜਿਸ ਤਰ੍ਹਾਂ ਤਾਣਾ ਅਤੇ ਪੇਟਾ ਹੈ ਨਾ, ਜਿੰਨਾ ਚਿਰ ਤੱਕ ਕੋਈ ਬਸਤਰ ਨਹੀਂ ਬਣਿਆ ਉਹਨਾਂ ਚਿਰ ਤੱਕ ਤਾਂ ਕਿਹਾ ਜਾ ਸਕਦਾ ਹੈ ਵੀ ਇਹ ਤਾਣਾ ਹੈ, ਇਹ ਪੇਟਾ ਹੈ। ਪਰ ਜਦ ਬਸਤਰ ਬਣ ਕੇ ਤਿਆਰ ਹੋ ਜਾਂਦਾ ਹੈ ਉਦੋਂ ਕੋਈ ਨਹੀਂ ਦੱਸ ਸਕਦਾ ਵੀ ਇਹਦੇ ਵਿੱਚ ਤਾਣਾ ਕਿਹੜਾ ਹੈ, ਪੇਟਾ ਕਿਹੜਾ ਹੈ। ਜਿੰਨਾ ਚਿਰ ਤੱਕ ਬੂੰਦ ਅਲੱਗ ਹੈ ਉਹਨਾਂ ਚਿਰ ਤੱਕ ਤਾਂ ਦੱਸਿਆ ਜਾ ਸਕਦਾ ਵੀ ਇਹ ਬੂੰਦ ਹੈ, ਇਹ ਸਾਗਰ ਹੈ। ਪਰ ਜਿਸ ਵਕਤ ਬੂੰਦ ਸਾਗਰ ਦੇ ਵਿੱਚ ਲੀਨ ਹੋ ਗਈ ਉਸ ਵਕਤ ਕਹਿੰਦੇ ਫਿਰ ਉਹਦੀ ਪਹਿਚਾਣ ਨਹੀਂ ਰਹਿ ਜਾਂਦੀ ਹੈ, ਫਿਰ ਉਹ ਸਾਗਰ ਦਾ ਹੀ ਰੂਪ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਮੇਰਾ ਜਿਹੜਾ ਖਾਲਸਾ ਹੈ ਨਾ ਉਹ ਮੇਰੇ ਵਿੱਚ ਲੀਨ ਹੋ ਕੇ ਮੇਰਾ ਹੀ ਰੂਪ ਹੋ ਜਾਂਦਾ ਹੈ। ਓਤ ਪੋਤ ਸਾਗਰ ਬੂੰਦੇਰੋ, ਜਾਂ ਮੈਂ ਰੰਚ ਨ ਮਿਥਿਆ ਭਾਖੀ। ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਭਗਤ ਫਰੀਦ ਸਾਹਿਬ ਜੀ ਬੜਾ ਸੁੰਦਰ ਫਰਮਾਉਂਦੇ ਹਨ, ਦਿਲੋਂ ਮੁਹੱਬਤ ਜਿਨ ਸੇ ਸੱਚਿਆ। ਜਿਨ ਮਨ ਹੋਰ ਮੁਖ ਹੋਰ, ਸੇ ਕਾਂਢੇ ਕੱਚਿਆ। ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਪ੍ਰਮਾਤਮਾ ਨੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ, ਕਿੰਨੀਆਂ ਰਹਿਮਤਾਂ ਕੀਤੀਆਂ ਜੀਵ ਦੇ ਉੱਪਰ।
ਜਿਨ ਦੀਏ ਤੁਧ ਬਾਪ ਮਹਿਤਾਰੀ, ਜਿਨ ਦੀਏ ਭਰਾਤ ਪੁੱਤ ਹਾਰੀ, ਜਿਨ ਦੀਏ ਤੁਧ ਬਨਤਾ ਅਰ ਮੀਤਾ, ਤਿਸ ਠਾਕੁਰ ਕੋ ਰਖ ਲਿਓ ਚੀਤਾ। ਪੇਖਨ ਕੋ ਨੇਤਰ, ਸੁਨਨ ਕੋ ਕਰਨਾ, ਹਸਤ ਕਮਾਵਨ ਬਾਸਨ ਰਸਨਾ, ਚਰਨ ਚਲਨ ਕੋ ਸਿਰ ਕੀਨੋ ਮੇਰਾ, ਨਾਨਕ ਤਿਸ ਠਾਕੁਰ ਕੇ ਪੂਜੋ ਸਦ ਪੈਰਾ। ਦੇਖਣ ਵਾਸਤੇ ਅੱਖਾਂ ਦਿੱਤੀਆਂ, ਸੁਣਨ ਵਾਸਤੇ ਕੰਨ ਦਿੱਤੇ, ਬੋਲਣ ਵਾਸਤੇ ਜ਼ੁਬਾਨ ਦਿੱਤੀ, ਇਹ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਹਨ। ਕਹਿੰਦੇ ਜਿਹੜੇ ਮਾਲਕ ਦੇ ਕੋਲੋਂ ਇਹ ਦਾਤਾਂ ਪ੍ਰਾਪਤ ਕਰਕੇ ਉਸ ਦਾ ਸ਼ੁਕਰਾਨਾ ਨਹੀਂ ਕਰਦੇ ਹਨ, ਉਹ ਧਰਤੀ ਦੇ ਉੱਪਰ ਭਾਰ ਹਨ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ। ਉਹ ਕਹਿੰਦੇ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਹਰ ਦਿਸੰਦੇ, ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹੰਦੇ, ਨਾ ਤਿਸ ਭਾਰੇ ਤਰਵਰਾਂ ਅਣਗਣਤ ਹੋਵੰਦੇ, ਨਾ ਤਿਸ ਭਾਰੇ ਜੀ ਜੰਤ ਬੇਅੰਤ ਹੋਵੰਦੇ। ਕਹਿੰਦੇ ਧਰਤੀ ਨੂੰ ਨਾ ਪਰਬਤਾਂ ਦਾ ਭਾਰ ਹੈ, ਨਾ ਨਦੀਆਂ ਦਾ ਭਾਰ ਹੈ, ਨਾ ਰੁੱਖਾਂ ਦਾ ਭਾਰ ਹੈ, ਨਾ ਮਨੁੱਖਾਂ ਦਾ ਭਾਰ ਹੈ। ਫਿਰ ਕਿਸ ਗੱਲ ਦਾ ਭਾਰ ਹੈ? ਭਾਈ ਸਾਹਿਬ ਜੀ ਅਖੀਰ ਦੇ ਵਿੱਚ ਦੱਸਦੇ ਹਨ, ਭਾਰੇ ਭੂਈ ਅਕਿਰਤ ਘਣ ਮੰਦੀ ਹੂੰ ਮੰਦੇ। ਧਰਤੀ ਨੂੰ ਭਾਰ ਹੈ ਅਕਿਰਤ ਘਣਾਂ ਦਾ, ਜੋ ਮਾਲਕ ਦੇ ਕੋਲੋਂ ਦਾਤਾਂ ਪ੍ਰਾਪਤ ਕਰਕੇ ਫਿਰ ਮਾਲਕ ਦਾ ਸ਼ੁਕਰਾਨਾ ਨਹੀਂ ਕਰਦੇ ਹਨ। ਭਗਤ ਫਰੀਦ ਸਾਹਿਬ ਜੀ ਇਹੀ ਫਰਮਾਉਂਦੇ ਹਨ, ਤੇ ਭੋਏ ਭਾਰ ਥੀਏ ਆਪ ਲੀਏ ਲੜ ਲਾਏ, ਦਰ ਦਰਵੇਸ਼ ਸੇ ਤਿਨ ਧਨ ਜਣੇਂਦੀ ਮਾਓ, ਆਏ ਸਫਲ ਸੇ। ਪਰਵਦਗਾਰ ਅਪਾਰ ਅਗਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ, ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਸਾਧ ਸੰਗਤ ਜੀ ਬਹੁਤ ਸਾਰੇ ਮਹਾਂਪੁਰਸ਼ ਇਸ ਧਰਤੀ ਦੇ ਉੱਪਰ ਹੋਏ, ਬਲਕਿ ਇਥੋਂ ਤੱਕ ਕਿਹਾ ਜਾਂਦਾ ਹੈ ਕਿ ਜਿਹੜੇ ਪਰਮੇਸ਼ਰ ਦੇ 6 ਅਵਤਾਰ ਹਨ, ਉਹਨਾਂ ਦੇ ਵਿੱਚੋਂ ਜਿਹੜੇ ਸੰਤ ਹੋਇਆ ਕਰਦੇ ਹਨ, ਉਹ ਪਰਮਾਤਮਾ ਦੇ ਨਿਤ ਅਵਤਾਰ ਹੁੰਦੇ ਹਨ। ਭਾਵ ਬਾਕੀ ਜਿਹੜੇ ਅਵਤਾਰ ਹਨ ਉਹ ਧਰਤੀ ਦੇ ਉੱਪਰ ਆਉਂਦੇ ਜਾਂਦੇ ਰਹਿੰਦੇ ਹਨ, ਕੋਈ ਅੰਸ਼ਾ ਅਵਤਾਰ, ਕੋਈ ਅਵੇਸ਼ਾ ਅਵਤਾਰ। ਪਰ ਕਹਿੰਦੇ ਇਹ ਜਿਹੜੀ ਧਰਤੀ ਹੈ ਨਾ, ਨਿਤ ਅਵਤਾਰਾਂ ਤੋਂ ਭਾਵ ਸੰਤਾਂ ਤੋਂ ਕਦੇ ਖਾਲੀ ਨਹੀਂ ਹੋਇਆ ਕਰਦੀ ਹੈ। ਹਮੇਸ਼ਾ ਹੀ ਕੋਈ ਨਾ ਕੋਈ ਇਸ ਤਰ੍ਹਾਂ ਦੀਆਂ ਨਿਰਮਲ ਆਤਮਾਵਾਂ ਇਸ ਧਰਤੀ ਦੇ ਉੱਪਰ ਰਹਿੰਦੀਆਂ ਹਨ, ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਪਰਮਾਤਮਾ ਦਾ ਨਾਮ ਹੁੰਦਾ ਹੈ। ਗੁਰਮੁਖ ਰੋਮ ਰੋਮ ਹਰਿ ਧਿਆਵੈ, ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਸਾਧ ਸੰਗਤ ਜੀ, ਜਿੱਥੇ ਸਿੱਖ ਜਗਤ ਦੇ ਵਿੱਚ ਬਹੁਤ ਸਾਰੀਆਂ ਸੰਪਰਦਾਵਾਂ ਹਨ, ਜਿਸ ਤਰ੍ਹਾਂ ਨਿਰਮਲੇ ਹਨ, ਸੇਵਾ ਪੰਥੀ ਹਨ, ਉਦਾਸੀ ਹਨ, ਸਾਰੇ ਹੀ ਸਿੱਖ ਕੌਮ ਦਾ ਇੱਕ ਅੰਗ ਹਨ। ਔਰ ਸਤਿਗੁਰੂ ਜੀ ਨੇ ਜੋ ਖਾਲਸਾ ਸਾਜਿਆ ਹੈ, ਜਿਸ ਤਰ੍ਹਾਂ ਨਿਰਮਲੇ ਮਹਾਂਪੁਰਸ਼ਾਂ ਦੇ ਵਿੱਚੋਂ ਜਿਨ੍ਹਾਂ ਨੂੰ ਧੰਨ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਦਿਆ ਪੜ੍ਹਨ ਵਾਸਤੇ ਕਾਸ਼ੀ ਭੇਜਿਆ ਸੀ, ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੀਆਂ ਐਸੀਆਂ ਪਵਿੱਤਰ ਆਤਮਾਵਾਂ ਹੋਈਆਂ ਜਿਨ੍ਹਾਂ ਨੇ ਸਿੱਖੀ ਦਾ ਬਹੁਤ ਭਾਰੀ ਪ੍ਰਚਾਰ ਕੀਤਾ। ਟੁੱਟੀਆਂ ਹੋਈਆਂ ਰੂਹਾਂ ਨੂੰ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜਿਆ। ਜਿਹੜੇ ਸਬਰ ਸੰਤੋਖ ਦੇ ਵਿੱਚ ਰਿਹਾ ਕਰਦੇ,
ਜਥਾ ਲਾਭ ਤਥਾ ਸੰਤੁਸ਼ਟ ਰਿਹਾ ਕਰਦੇ ਸਨ। ਜਿਹੜੇ ਹਮੇਸ਼ਾ ਸ਼ਾਂਤ ਚਿੱਤ ਰਿਹਾ ਕਰਦੇ ਸਨ। ਉਹਨਾਂ ਦੇ ਇਤਿਹਾਸ ਦੇ ਵਿੱਚੋਂ ਕੁਝ ਕੁ ਪ੍ਰਸੰਗ ਮਿਲਦੇ ਹਨ। ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਹੈ। ਕਹਿੰਦੇ ਇੱਕ ਵਾਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਪਰ ਜਿਹੜੇ ਭੰਡ ਸਨ ਨਾ, ਉਹ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਏ। ਉਹਨਾਂ ਦਾ ਕੰਮ ਹੁੰਦਾ ਹੈ ਵੀ ਹਰ ਇੱਕ ਨੂੰ ਹਸਾਉਣਾ, ਹਸਾਉਂਦੇ ਸਨ। ਕਿਉਂਕਿ ਮਨੁੱਖ ਦੀ ਇਹ ਫਿਤਰਤ ਹੈ, ਹੱਸਣ ਵੀ ਬੜੀ ਜਲਦੀ ਲੱਗ ਪੈਂਦਾ ਹੈ, ਰੋਣ ਵੀ ਬੜੀ ਜਲਦੀ ਲੱਗ ਪੈਂਦਾ ਹੈ। ਬਹੁਤੀ ਗਹਿਰਾਈ ਦੇ ਨਾਲ ਨਹੀਂ ਨਾ ਸੋਚਦਾ ਹੈ। ਉਹਨਾਂ ਨੇ ਆ ਕੇ ਆਪਣੀ ਕਲਾ ਦੁਆਰਾ ਹਸਾਉਣ ਦੀ ਕੋਸ਼ਿਸ਼ ਕੀਤੀ। ਜਿਹੜੇ ਤਾਂ ਸਧਾਰਨ ਬਿਰਤੀ ਵਾਲੇ ਸਨ, ਉਹ ਤਾਂ ਹੱਸ ਹੱਸ ਕੇ ਲੋਟ-ਪੋਟ ਹੋਣ ਲੱਗ ਪਏ। ਪਰ ਕੁਝ ਕੁ ਪ੍ਰੇਮੀ ਜਿਹੜੇ ਸਨ, ਉਹ ਬੜੀ ਸ਼ਾਂਤੀ ਦੇ ਨਾਲ ਬੈਠੇ ਰਹੇ। ਉਹਨਾਂ ਦਾ ਇਸ ਤਰ੍ਹਾਂ ਸੀ ਵੀ ਜਿਵੇਂ ਉਹਨਾਂ ਦੀਆਂ ਗੱਲਾਂ ਦਾ ਕੋਈ ਉਹਨਾਂ ਤੇ ਅਸਰ ਹੀ ਨਹੀਂ ਹੋ ਰਿਹਾ ਸੀ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਵੀ ਇਹ ਭਾਈ ਗੁਰਦਾਸ ਸਾਹਿਬ ਜੀ ਦੇ ਬਚਨਾਂ ਦੇ ਅਨੁਸਾਰ ਸੇਵਕ ਹੋਏ ਸੰਜੀਦ, ਨਾ ਹੱਸਣ ਰੋਵਣਾ। ਹੱਸਣ ਤੋਂ ਵੀ ਉੱਪਰ ਉੱਠ ਜਾਂਦੇ ਹਨ, ਰੋਵਣ ਤੋਂ ਵੀ ਉੱਪਰ ਉੱਠ ਜਾਂਦੇ ਹਨ। ਚੰਦ ਮੁਬਾਰਕ ਈਦ ਪੁੱਗ ਖਲੋਵਣਾ। ਮਹਾਰਾਜ ਨੇ ਆਖਿਆ ਇਹ ਨਿਰਮਲੇ ਸਿੱਖ ਹਨ, ਇਹ ਇਸ ਸਧਾਰਨ ਬਿਰਤੀ ਤੋਂ ਉੱਪਰ ਉੱਠ ਗਏ ਹਨ। ਜਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਮਾਲਵੇ ਦੀ ਧਰਤੀ ਦੇ ਉੱਪਰ ਜਾਂਦੇ ਹਨ, ਗੁਰਸਿੱਖ ਕੀ ਕਰਿਆ ਕਰਦੇ ਸਨ ਵੀ ਜੇ ਸੰਗਤ ਜ਼ਿਆਦਾ ਹੋਣੀ ਨਾ, ਸਤਿਗੁਰਾਂ ਦੇ ਨਾਲ ਸਿੰਘ ਜ਼ਿਆਦਾ ਹੋਣੇ, ਗੁਰਸਿੱਖਾਂ ਨੇ ਆਖਣਾ ਵੀ ਅਸੀਂ 2-2, 4-4, 5-5 ਜਿੰਨੀ ਕਿਸੇ ਦੀ ਸਮਰੱਥਾ ਹੈ ਉਸ ਹਿਸਾਬ ਦੇ ਨਾਲ ਸਿੰਘਾਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਲੈ ਜਾਂਦੇ, ਉਹਨਾਂ ਦੀ ਪ੍ਰਸ਼ਾਦੇ ਪਾਣੀ ਦੇ ਨਾਲ ਸੇਵਾ ਕਰਦੇ। ਕਹਿੰਦੇ ਇੱਕ ਗੁਰਸਿੱਖ ਨੂੰ ਕਿਸੇ ਪ੍ਰੇਮੀ ਗੁਰਸਿੱਖ ਨੇ, ਗ੍ਰਸਤੀ ਨੇ, ਜਿਹੜੇ ਪੀਲੂ ਸਨ ਨਾ, ਉਹ ਭਿਉਂ ਕੇ ਛਕਾਏ। ਬੜਾ ਗਰੀਬ ਸੀ, ਸਧਾਰਨ ਸੀ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਫਿਰ ਸਾਰਿਆਂ ਨੂੰ ਪੁੱਛਦੇ ਹਨ, ਤੁਸੀਂ ਕੀ ਛਕ ਕੇ ਆਏ, ਤੁਸੀਂ ਕੀ ਛਕ ਕੇ ਆਏ? ਸਾਰੇ ਦੱਸਦੇ ਹਨ। ਕੋਈ ਕਹਿੰਦਾ ਵੀ ਖੀਰ ਖਵਾਈ ਮੈਨੂੰ ਫਲਾਣੇ ਗੁਰਸਿੱਖ ਨੇ, ਕੋਈ ਕੜਾਹ ਕਹਿੰਦਾ ਹੈ। ਔਰ ਉਹ ਜਿਹੜਾ ਗੁਰਸਿੱਖ ਸੀ ਨਾ, ਉਹ ਤਾਂ ਚੁੱਪ ਕੀਤਾ ਰਿਹਾ। ਜਿਹਨੇ ਛਕਾਏ ਸੀ ਉਹ ਆ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ, ਮੈਂ ਬੜਾ ਗਰੀਬ ਹਾਂ, ਇਸ ਕਰਕੇ ਮੈਂ ਤਾਂ ਪੀਲੂ ਭਿਉਂ ਕੇ ਛਕਾਏ ਹਨ। ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ, ਇਹ ਮੇਰਾ ਨਿਰਮਲਾ ਗੁਰਸਿੱਖ ਹੈ। ਪਾਵਨ ਗੁਰਬਾਣੀ ਦੇ ਵਿੱਚ ਬਚਨ ਵੀ ਆਉਂਦੇ ਹਨ, ਸਖੀ ਦੇ ਸੰਤੋਖੀ ਖਾਏ, ਕਹੋ ਨਾਨਕ ਦਰ ਦੀਦਾਰ ਸਮਾਏ। ਕਹਿੰਦੇ ਜਿਹੜਾ ਸੇਵਾ ਕਰਨ ਵਾਲਾ ਹੈ ਨਾ, ਉਹ ਸਖੀ ਹੋਣਾ ਚਾਹੀਦਾ ਹੈ। ਕਿਉਂਕਿ ਕੋਈ ਗੁਰਮੁਖ ਪਿਆਰੇ ਦੱਸਦੇ ਸਨ, ਕਿਸੇ ਪਰਿਵਾਰ ਨੇ ਕੋਈ ਜਥਾ ਬੁਲਾਇਆ ਪ੍ਰਚਾਰ ਵਾਸਤੇ ਘਰ ਦੇ ਵਿੱਚ। ਉਹ 5-4 ਸਿੰਘ ਸਨ, ਉਹਨਾਂ ਨੂੰ ਉਹਨਾਂ ਭੇਟਾ ਦਿੱਤੀ 500 ਰੁਪਈਆ। ਪਰ ਕਹਿੰਦੇ ਜਿਸ ਵਕਤ ਬੱਚੀ ਦਾ ਆਨੰਦ ਕਾਰਜ ਸੀ, ਉਸ ਦਾ ਜਿਹੜਾ ਲਹਿੰਗਾ ਸੀ ਨਾ, ਉਹ ਬਣਾਇਆ 90,000 ਦਾ। ਹੁਣ ਆਪਾਂ ਆਪ ਹੀ ਹਿਸਾਬ ਲਾਈ ਨਾ, ਸਾਡੀ ਬਿਰਤੀ ਕਿੱਥੇ ਕੁ ਖਲੋਤੀ ਹੈ। ਜਿਨ੍ਹਾਂ ਨੇ ਧਰਮ ਦੀ ਸਿੱਖਿਆ ਦੇਣੀ ਹੈ, ਜਿਨ੍ਹਾਂ ਪ੍ਰਚਾਰ ਕਰਨਾ ਹੈ, ਉਹਨਾਂ ਵਾਸਤੇ ਸਾਡੀ ਕੀ ਭਾਵਨਾ ਹੈ। ਫਾਲਤੂ ਖਰਚੇ ਆਪਾਂ ਕਿੰਨੇ ਕਿੰਨੇ ਕਰਦੇ ਹਾਂ।
ਮਹਾਰਾਜ ਕਹਿੰਦੇ ਜਿਹੜਾ ਸੇਵਾ ਕਰਨ ਵਾਲਾ ਹੈ ਨਾ, ਚਲੋ ਘਰ ਦੇ ਵਿੱਚ ਨਹੀਂ ਪਦਾਰਥ, ਫੇਰ ਤਾਂ ਸੰਕੋਚ ਕਰ ਸਕਦਾ ਹੈ, ਕੋਈ ਗੱਲ ਨਹੀਂ। ਪਰ ਜੇ ਮਾਲਕ ਨੇ ਸਾਰਾ ਕੁਝ ਦਿੱਤਾ ਹੈ ਤਾਂ ਫਿਰ ਹੱਥ ਖੁੱਲਾ ਰੱਖਣਾ ਚਾਹੀਦਾ ਹੈ। ਸਖੀ ਦੇ ਸੰਤੋਖੀ ਖਾਏ। ਦੂਸਰਾ ਕਹਿੰਦੇ ਜਿਹੜਾ ਪ੍ਰਚਾਰ ਕਰਨ ਵਾਲਾ ਹੈ ਨਾ, ਉਸ ਦਾ ਵੀ ਫਰਜ਼ ਹੈ ਕਿ ਉਹ ਵੀ ਆਪਣੇ ਮੂੰਹ ਤੋਂ ਮੰਗੇ ਨਾ ਵੀ ਮੈਨੂੰ ਇੰਨੇ ਦਿਓਗੇ ਮੈਂ ਤਾਂ ਹੀ ਆਵਾਂਗਾ। ਕਿਉਂਕਿ ਜਿਵੇਂ ਵਿਦਵਾਨਾਂ ਦੇ ਬਚਨ ਹਨ, ਕਹਾਵਤ ਵੀ ਹੈ ਵੀ ਆਪ ਦਿਆ ਸੋ ਦੂਧ ਬਰਾਬਰ, ਮੰਗ ਲਿਆ ਸੋ ਪਾਣੀ। ਜੇ ਕੋਈ ਖੁਸ਼ੀ ਦੇ ਨਾਲ ਦਿੰਦਾ ਹੈ ਫੇਰ ਤਾਂ ਕਹਿੰਦੇ ਦੁੱਧ ਹੈ, ਜੇ ਮੰਗ ਕੇ ਹੀ ਲੈ ਲਿਆ ਫੇਰ ਤਾਂ ਕਹਿੰਦੇ ਪਾਣੀ ਦੀ ਤਰ੍ਹਾਂ ਹੈ। ਦੋਵੇਂ ਪਾਸੇ ਹੀ ਗੱਲ ਹੈ। ਦੇਣ ਵਾਲਾ ਵੀ ਕੰਜੂਸ ਨਾ ਹੋਵੇ, ਜਿਹੜਾ ਲੈਣ ਵਾਲਾ ਹੈ ਉਹ ਵੀ ਲਾਲਚੀ ਨਾ ਹੋਵੇ, ਉਹ ਵੀ ਸਬਰ ਸੰਤੋਖ ਵਾਲਾ ਹੋਵੇ। ਧੰਨ ਦਸਵੇਂ ਪਾਤਸ਼ਾਹ ਨੇ ਇਹ ਉੱਥੇ ਸ਼ਬਦ ਉਚਾਰਨ ਕੀਤਾ, ਸਖੀ ਦੇ ਸੰਤੋਖੀ ਖਾਏ। ਫਿਰ ਮਹਾਰਾਜ ਕਹਿੰਦੇ ਕਹੋ ਨਾਨਕ ਦਰ ਦੀ ਦਾਰ ਸਮਾਏ। ਕਹਿੰਦੇ ਫਿਰ ਸਖੀ ਵੀ, ਸੰਤੋਖੀ ਵੀ, ਦੇਣ ਵਾਲਾ ਵੀ, ਲੈਣ ਵਾਲਾ ਵੀ, ਦੋਵੇਂ ਹੀ ਕਹਿੰਦੇ ਪਰਮਾਤਮਾ ਦੇ ਦਰ ਤੇ ਸਮਾ ਜਾਂਦੇ ਹਨ, ਦੋਵੇਂ ਹੀ ਪ੍ਰਵਾਨ ਹੋ ਜਾਂਦੇ ਹਨ, ਦੋਨਾਂ ਨੂੰ ਖੁਸ਼ੀ ਮਿਲਦੀ ਹੈ। ਇਹੋ ਜਿਹੀਆਂ ਨਿਰਮਲ ਆਤਮਾਵਾਂ ਜਗਤ ਦੇ ਵਿੱਚ ਹੋਈਆਂ, ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਇਹ ਮੇਰੇ ਨਿਰਮਲੇ ਗੁਰਸਿੱਖ ਹਨ, ਜਗਤ ਦੀ ਜਿਨ੍ਹਾਂ ਦੇ ਉੱਪਰ ਕੋਈ ਲਾਗ ਲਪੇਟ ਨਹੀਂ ਹੈ। ਸੇਵਾ ਪੰਥੀ ਜਿਹੜੀ ਸੰਪਰਦਾ ਹੈ ਉਹ ਸਾਧ ਸੰਗਤ ਜੀ ਚੱਲੀ ਹੈ ਭਾਈ ਕਨ੍ਹਈਆ ਸਾਹਿਬ ਜੀ ਦੇ ਕੋਲ। ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ, ਕਿਉਂਕਿ ਪਾਉਂਟਾ ਸਾਹਿਬ ਭੰਗਾਣੀ ਦੇ ਯੁੱਧ ਤੋਂ ਬਾਅਦ, ਨਦਾਉਣ ਦੇ ਯੁੱਧ ਤੋਂ ਬਾਅਦ ਆਨੰਦਪੁਰ ਸਾਹਿਬ ਵਿਖੇ ਵੀ ਬਹੁਤ ਸਾਰੇ ਜੰਗ ਯੁੱਧ ਹੋਏ। ਕਦੇ ਕੇਸਰੀ ਚੰਦ ਆਉਂਦਾ ਹੈ, ਜਿਸ ਦਾ ਭਾਈ ਉਦੇ ਸਿੰਘ ਜੀ ਸਿਰ ਕੱਟ ਕੇ ਕੇਸਰੀ ਚੰਦ ਰਾਜੇ ਦਾ ਧੰਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲਿਆ ਕੇ ਭੇਟ ਕਰਦੇ ਹਨ। ਕਦੇ ਮਸਤ ਹਾਥੀ ਨੂੰ ਚੜਾ ਕੇ ਲਿਆਂਦਾ ਜਾਂਦਾ ਹੈ, ਜਿਸ ਨੂੰ ਭਾਈ ਬਚਿੱਤਰ ਸਿੰਘ ਜੀ ਭਜਾ ਕੇ ਆਉਂਦੇ ਹਨ ਨਾਗਣੀ ਵਰਸ਼ੇ ਦੇ ਨਾਲ। ਇਹਨਾਂ ਜੰਗਾਂ ਯੁੱਧਾਂ ਦੇ ਵਿੱਚ ਭਾਈ ਕਨ੍ਹਈਆ ਸਾਹਿਬ ਜੀ ਆਪਣੇ ਮੋਢੇ ਦੇ ਉੱਪਰ ਮਸ਼ਕ ਪਾ ਕੇ, ਜਲ ਭਰ ਭਰ ਕੇ, ਜਿੱਥੇ ਜਿੱਥੇ ਵੀ ਕੋਈ ਜ਼ਖਮੀ ਹੁੰਦੇ ਸਨ ਉਹਨਾਂ ਨੂੰ ਜਾ ਕੇ ਛਕਾਉਂਦੇ ਹਨ। ਕੁਝ ਪ੍ਰੇਮੀਆਂ ਨੇ ਮਹਾਰਾਜ ਦੇ ਹਜ਼ੂਰ ਆ ਕੇ ਸ਼ਿਕਾਇਤ ਕੀਤੀ, ਮਹਾਰਾਜ ਅਸੀਂ ਦੁਸ਼ਮਣਾਂ ਨੂੰ ਮਾਰਦੇ ਹਾਂ। ਭਾਈ ਕਨ੍ਹਈਆ ਜੀ ਉਹਨਾਂ ਨੂੰ ਜਲ ਛਕਾ ਛਕਾ ਕੇ ਫੇਰ ਖੜਿਆਂ ਕਰੀ ਜਾਂਦੇ ਹਨ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਕਨ੍ਹਈਆ ਸਾਹਿਬ ਜੀ ਨੂੰ ਆਪਣੇ ਪਾਸ ਬੁਲਾਇਆ। ਆਖਣ ਲੱਗੇ ਭਾਈ ਕਨ੍ਹਈਆ ਜੀ ਤੁਹਾਡੀ ਸ਼ਿਕਾਇਤ ਆਈ ਹੈ। ਸਾਧ ਸੰਗਤ ਜੀ ਭਾਈ ਕਨ੍ਹਈਆ ਜੀ ਆਖਣ ਲੱਗੇ ਸੱਚੇ ਪਾਤਸ਼ਾਹ ਮੈਨੂੰ ਤਾਂ ਹੁਣ ਸਾਰਿਆਂ ਦੇ ਵਿੱਚ ਤੁਹਾਡਾ ਹੀ ਸਰੂਪ ਦਿਖਾਈ ਦੇ ਰਿਹਾ ਹੈ, ਕਿਉਂਕਿ ਜੋ ਬ੍ਰਹਮ ਦ੍ਰਿਸ਼ਟ ਹੋ ਜਾਂਦੇ ਹਨ ਉਹ ਸਮ ਦ੍ਰਿਸ਼ਟ ਹੋ ਜਾਂਦੇ ਹਨ, ਵਿਤਕਰਿਆਂ ਤੋਂ ਉੱਪਰ ਉੱਠ ਜਾਂਦੇ ਹਨ, ਉਹ ਵਿਤਕਰਿਆਂ ਵਾਲਾ ਜੀਵਨ ਨਹੀਂ ਜੀਉਂਦੇ ਹਨ। ਫਲਾਣਾ ਫਲਾਣਾ ਹੈ, ਫਲਾਣੀ ਜਾਤ ਦਾ ਹੈ, ਫਲਾਣੀ ਕੌਮ ਦਾ ਹੈ, ਫਲਾਣੇ ਧਰਮ ਦਾ ਹੈ, ਇਹਨਾਂ ਗੱਲਾਂ ਤੋਂ ਉੱਪਰ ਉੱਠ ਜਾਂਦੇ ਹਨ। ਜੋ ਬ੍ਰਹਮ ਦ੍ਰਿਸ਼ਟ ਹੋ ਜਾਂਦੇ ਹਨ ਉਹ ਸਮ ਦ੍ਰਿਸ਼ਟ ਹੋ ਜਾਂਦੇ ਹਨ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਵੀ ਹਨ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਭਾਈ ਕਨ੍ਹਈਆ ਸਾਹਿਬ ਜੀ ਨੇ ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਉਹਨਾਂ ਸ਼ਬਦਾਂ ਨੂੰ ਕਲਮਬੰਦ ਕੀਤਾ ਹੈ, ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਦਿਸਦਾ ਕੋਈ ਤੂੰ ਸਾਰੇ ਦਿਸ ਆਈ।
ਮਹਾਰਾਜ ਤੁਸੀਂ ਐਸੀ ਦ੍ਰਿਸ਼ਟੀ ਦੇ ਦਿੱਤੀ ਹੈ, ਹੁਣ ਕੋਈ ਮੈਨੂੰ ਤੁਰਕ ਜਾਂ ਗੈਰ ਤੁਰਕ ਨਹੀਂ ਦਿਖਾਈ ਦੇ ਰਿਹਾ ਹੈ, ਸਾਰਿਆਂ ਦੇ ਵਿੱਚ ਤੁਹਾਡਾ ਹੀ ਰੂਪ ਦਿਖਾਈ ਦੇ ਰਿਹਾ ਹੈ। ਅੱਗੋਂ ਮਹਾਰਾਜ ਸੱਚੇ ਪਾਤਸ਼ਾਹ ਫਿਰ ਮੁਸਕਰਾਉਂਦੇ ਹਨ, ਕਹਿੰਦੇ ਹੱਸੇ ਤੇ ਗਲ ਲਾਇਆ ਪਿਆਰਾ, ਡੱਬੀ ਹੱਥ ਫੜਾਈ, ਪਾਣੀ ਨਾਲ ਮਲਮ ਪੀ ਰੱਖੀ, ਲੋੜ ਪਈ ਤੇ ਲਾਈ। ਕਹਿੰਦੇ ਭਾਈ ਕਨ੍ਹਈਆ ਜੇ ਮੈਨੂੰ ਤੁਸੀਂ ਪਾਣੀ ਪਿਆਉਂਦੇ ਹੋ, ਫਿਰ ਮੈਨੂੰ ਮਲਮ ਪੱਟੀ ਵੀ ਕਰਿਆ ਕਰੋ। ਭਾਵ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਬਚਨਾਂ ਦੇ ਵਿੱਚੋਂ, ਜਫਰਨਾਮੇ ਦੇ ਵਿੱਚ ਇਹ ਸ਼ਬਦ ਵੀ ਮਿਲਦੇ ਹਨ ਵੀ ਅਸੀਂ ਜੇ ਕਿਸੇ ਤੇ ਤੀਰ ਚਲਾਉਨੇ ਆ, ਕੋਈ ਕਿਰਪਾਨ ਚਲਾਉਨੇ ਆ, ਕੋਈ ਸ਼ੌਂਕ ਦੇ ਨਾਲ ਨਹੀਂ ਚਲਾਉਨੇ ਆ। ਕਈ ਵਾਰੀ ਮਾਹੌਲ ਹੀ ਇਹੋ ਜਿਹਾ ਬਣ ਜਾਂਦਾ ਹੈ, ਸਮੇਂ ਦੀਆਂ ਸਰਕਾਰਾਂ, ਸਮੇਂ ਦੇ ਲੋਕ ਮੌਕਾ ਹੀ ਇਹੋ ਜਿਹਾ ਬਣਾ ਦਿੰਦੇ ਹਨ ਵੀ ਤਲਵਾਰ ਚਲਾਉਣੀ ਪੈ ਜਾਂਦੀ ਹੈ, ਉਸ ਤੋਂ ਬਿਨਾਂ ਸਰਦਾ ਨਹੀਂ ਹੈ। ਹੈ ਤਾਂ ਸਾਰਿਆਂ ਦੇ ਵਿੱਚ ਬ੍ਰਹਮ ਦਾ ਹੀ ਰੂਪ, ਦੁਸ਼ਮਣ ਵਿੱਚ ਕੌਣ ਬੈਠਾ ਹੈ? ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ, ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ, ਬਿਨਵੰਤ ਨਾਨਕ ਸੇ ਜਾਣੈ, ਜਿਨੀ ਹਰ ਰਸ ਪੀਆ। ਮਹਾਰਾਜ ਦੇ ਜਫਰਨਾਮੇ ਦੇ ਵਿੱਚ ਬੋਲ ਹਨ, ਬਾਲਾਚਾਰਗੀ ਦਰਮਿਆਨ ਆਮਦਮ, ਬਾ ਤਦਬੀਰ ਤੀਰੋ ਤੁਫੰਗ ਆਮਦਮ। ਕਹਿੰਦੇ ਇਹ ਤੀਰ, ਇਹ ਬੰਦੂਕਾਂ, ਇਹ ਸ਼ਸਤਰ ਅਸੀਂ ਲਾਚਾਰਗੀ ਦੇ ਵਿੱਚ ਚੁੱਕੇ ਹਨ, ਕੋਈ ਖੁਸ਼ੀ ਖੁਸ਼ੀ ਦੇ ਨਾਲ ਨਹੀਂ ਚੁੱਕੇ ਹਨ, ਸ਼ੌਂਕ ਦੇ ਨਾਲ ਨਹੀਂ ਚੁੱਕੇ ਹਨ। ਜਦੋਂ ਸਾਰੇ ਹੀਲਿਆਂ ਵਸੀਲਿਆਂ ਤੋਂ ਗੱਲ ਰਹਿ ਜਾਵੇ ਫੇਰ ਹੀ ਚੁੱਕਣੇ ਪੈਂਦੇ ਹਨ। ਚੂਕਾਰ ਅਜ ਹਮਾ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਸਾਧ ਸੰਗਤ ਜੀ, ਭਾਈ ਕਨ੍ਹਈਆ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਖੋ ਮਲਮ ਪੱਟੀ ਦਿੱਤੀ, ਉਥੋਂ ਇਹ ਸੇਵਾ ਪੰਥੀ ਸੰਪਰਦਾ ਚੱਲੀ ਹੈ। ਕੁਝ ਸੰਪਰਦਾਵਾਂ ਸਤਿਗੁਰਾਂ ਨੇ ਆਪ ਚਲਾਈਆਂ ਹਨ, ਆਪ ਸਾਜੀਆਂ ਹਨ, ਪਰ ਕੁਝ ਮਹਾਂਪੁਰਸ਼ਾਂ ਦੀਆਂ ਸੰਪਰਦਾਵਾਂ ਮਹਾਂਪੁਰਸ਼ਾਂ ਦੇ ਭਜਨ ਪ੍ਰਤਾਪ ਕਰਕੇ ਚੱਲੀਆਂ ਹਨ, ਬਾਅਦ ਦੇ ਵਿੱਚ ਚੱਲੀਆਂ ਹਨ। ਜਿਵੇਂ ਜਿਵੇਂ ਕੋਈ ਕਮਾਈ ਕਰਦਾ ਹੈ, ਕਮਾਈ ਦੇ ਹਿਸਾਬ ਦੇ ਨਾਲ ਚੱਲਦੀਆਂ ਹਨ। ਬਲਕਿ ਇੱਕ ਸੰਤ, ਇੱਕ ਮਹਾਂਪੁਰਸ਼, ਇੱਕ ਗੁਰਸਿੱਖ ਸਵੈਮ ਇੱਕ ਸੰਪਰਦਾ ਦਾ ਰੂਪ ਹੁੰਦਾ ਹੈ। ਕਈ ਵਾਰੀ ਵੱਡੀਆਂ ਵੱਡੀਆਂ ਸੰਸਥਾਵਾਂ ਵੀ ਉਹਨਾਂ ਪ੍ਰਚਾਰ ਨਹੀਂ ਕਰ ਪਾਉਂਦੀਆਂ ਜਿੰਨੀਆਂ ਕੋਈ ਇੱਕ ਗੁਰਸਿੱਖ ਹੀ ਕਰ ਜਾਂਦਾ ਹੈ। ਇੱਕ ਗੁਰਸਿੱਖ ਹੀ ਸੰਪਰਦਾ ਦਾ ਰੂਪ ਹੁੰਦਾ ਹੈ, ਸਤਿਗੁਰਾਂ ਦਾ ਜਿਸ ਦੇ ਉੱਪਰ ਹੱਥ ਹੋਵੇ। ਸੇਵਾ ਪੰਥੀ ਤਾਂ ਨਾਮ ਪਿਆ ਕਿਉਂਕਿ ਸਾਧ ਸੰਗਤ ਜੀ ਸੰਗਤਾਂ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਜਾਂਦੀਆਂ ਜਾਂ ਹੋਰ ਕਾਰਾਂ ਵਿਹਾਰਾਂ ਕਰਨ ਵਾਸਤੇ ਲੋਕ ਜਾਂਦੇ। ਇਹਨਾਂ ਨੇ ਰਾਹਾਂ ਦੇ ਵਿੱਚ ਪ੍ਰਸ਼ਾਦੇ ਜਲ ਲੈ ਕੇ ਬੈਠ ਜਾਣਾ, ਪੰਥ ਦੇ ਵਿੱਚ ਆਇਆਂ ਗਿਆ ਨੂੰ ਜਲ ਛਕਾਉਣਾ, ਪ੍ਰਸ਼ਾਦੇ ਛਕਾਉਣੇ, ਤਾਂ ਨਾਮ ਪਿਆ ਸੇਵਾ ਪੰਥੀ। ਬੜੇ ਵੈਰਾਗ ਅਤੇ ਤਿਆਗ ਦੀ ਮੂਰਤ ਹੋਇਆ ਕਰਦੇ। ਜ਼ਿਕਰ ਆਉਂਦਾ ਹੈ ਸੇਵਾ ਪੰਥੀ ਮਹਾਂਪੁਰਸ਼ਾਂ ਦੇ ਭਾਈ ਬੁੱਧੂ ਸ਼ਾਹ ਜੀ ਹੋਏ ਹਨ। ਅੱਗੋਂ ਚੱਲ ਕੇ ਮੁਖੀ ਮਹਾਰਾਜਾ ਰਣਜੀਤ ਸਿੰਘ ਆਇਆ, ਬੜੀ ਇਹਨਾਂ ਦੀ ਸੋਭਾ ਸੁਣੀ, ਆ ਕੇ ਆਖਣ ਲੱਗੇ ਕਿ ਮੈਂ ਬੁੱਧੂ ਸਾਹਿਬ ਜੀ ਨੂੰ ਮਿਲਣਾ ਹੈ, ਉਹਨਾਂ ਦੇ ਦਰਸ਼ਨ ਕਰਨੇ ਹਨ। ਪੁੱਛਦਾ ਕਿਹਨੂੰ ਹੈ? ਮਹਾਂਪੁਰਸ਼ਾਂ ਨੂੰ ਹੀ ਆ ਕੇ ਪੁੱਛਦਾ ਹੈ ਵੀ ਮੈਂ ਬੁੱਧੂ, ਕਿਉਂਕਿ ਸਧਾਰਨ ਜਿਹਾ ਹੀ ਲਿਬਾਸ ਰੱਖਦੇ ਸਨ ਕਿ ਬਹੁਤੀ ਚਮਕ ਦਬਕ ਨਹੀਂ ਸੀ ਵੀ ਦੇਖਣ ਵਾਲਾ ਹੀ ਪ੍ਰਭਾਵਿਤ ਹੋਵੇ। ਅੱਗੋਂ ਬੁੱਧੂ ਸ਼ਾਹ ਜੀ ਜਿਹੜੇ ਸਨ, ਸਾਧ ਸੰਗਤ ਜੀ ਹੱਥ ਜੋੜ ਕੇ ਆਖਣ ਲੱਗੇ ਕਿ ਜਿਹੜਾ ਬੁੱਧੂ ਹੈ ਨਾ ਉਹ ਤਾਂ ਤੁਹਾਡੇ ਲਾਗੇ ਖਲੋਤਾ ਹੈ, ਜਿਹੜੇ ਸਾਹਿਬ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਅੰਦਰ ਅਸਥਾਨ ਤੇ ਪ੍ਰਕਾਸ਼ਮਾਨ ਹਨ, ਉਹਨਾਂ ਦੇ ਜਾ ਕੇ ਦਰਸ਼ਨ ਦਿਦਾਰ ਕਰੋ, ਮੈਂ ਕੋਈ ਸਾਹਿਬ ਨਹੀਂ ਹਾਂ। ਭਾਵ ਇੰਨੀ ਨਿਮਰਤਾ ਦੇ ਵਿੱਚ ਰਿਹਾ ਕਰਦੇ ਸਨ।
ਉਹ ਸਾਡੇ ਸਾਰੇ ਕੌਮ ਦਾ ਇੱਕ ਅੰਗ ਹਨ। ਜਿੰਨੀਆਂ ਸੰਪਰਦਾਵਾਂ ਹਨ ਅੱਜ ਸਮੇਂ ਦੇ ਹਿਸਾਬ ਦੇ ਨਾਲ ਇੱਕ ਦੂਸਰੇ ਦੇ ਨਾਲ ਟੁੱਟਦੇ ਜਾ ਰਹੇ ਹਨ। ਇੱਕ ਗ੍ਰੰਥੀ ਸਾਹਿਬ ਸਨ, ਇਸ ਸੰਪਰਦਾ ਦੇ ਵਿੱਚੋਂ ਮਹਾਰਾਜਾ ਕਿਸੇ ਮੁਹਿੰਮ ਤੇ ਚੜ੍ਹਾਈ ਕਰਨ ਵਾਸਤੇ ਚੱਲਿਆ। ਮਹਾਰਾਜਾ ਰਣਜੀਤ ਸਿੰਘ, ਉਹਨਾਂ ਨੇ ਆਖਿਆ ਵੀ ਗਿਆਨੀ ਜੀ ਮੇਰੀ ਅਰਦਾਸ ਕਰੋ, ਮੇਰੀ ਮੁਹਿੰਮ ਦੇ ਵਿੱਚ ਜਿੱਤ ਪ੍ਰਾਪਤ ਹੋਵੇ। ਉਹਨਾਂ ਨੇ ਅਰਦਾਸ ਬੇਨਤੀ ਕੀਤੀ। ਜਿਸ ਵਕਤ ਉਹਨਾਂ ਨੂੰ ਫਤਿਹ ਜਾਬੀ ਹੋਈ, ਵਾਪਸ ਆਏ, ਆ ਕੇ ਆਖਣ ਲੱਗੇ ਵੀ ਤੁਸੀਂ ਮੈਨੂੰ ਬਚਨ ਕਰੋ, ਮੈਂ ਕਿਤਨੀ ਜਗੀਰ ਤੁਹਾਡੇ ਨਾਮ ਤੇ ਲਗਾ ਦਿਆਂ। ਸਾਧ ਸੰਗਤ ਜੀ ਅੱਗੋਂ ਇੰਨੀ ਤਿਆਗ ਦੀ ਮੂਰਤ ਸਨ। ਉਹਨਾਂ ਨੇ ਆਖਿਆ ਵੀ ਮਹਾਰਾਜਾ ਸਾਹਿਬ ਜਦੋਂ ਤੁਸੀਂ ਚੱਲੇ ਸੀ ਉਦੋਂ ਤਾਂ ਭਿਖਾਰੀ ਦਾ ਰੂਪ ਸੀ, ਪਰ ਜਦ ਤੁਸੀਂ ਵਾਪਸ ਆਏ ਹੋ ਹੁਣ ਤੁਸੀਂ ਦਾਨੀ ਕਿਵੇਂ ਬਣ ਗਏ ਹੋ? ਉਦੋਂ ਤਾਂ ਮੇਰੇ ਕੋਲੋਂ ਮੰਗ ਰਹੇ ਸੀ ਵੀ ਮੇਰੀ ਅਰਦਾਸ ਕਰੋ, ਹੁਣ ਤੁਸੀਂ ਮੈਨੂੰ ਮੰਗਣ ਵਾਸਤੇ ਕਹਿ ਰਹੇ ਹੋ। ਸਾਧ ਸੰਗਤ ਜੀ ਜਿਹੜਾ ਗੁਰਸਿੱਖ ਹੈ ਨਾ, ਜਿਹੜਾ ਭਾਵਨਾ ਵਾਲਾ ਹੈ, ਉਹ ਮੰਗਦਾ ਨਹੀਂ ਹੈ ਕਿਸੇ ਦੇ ਕੋਲੋਂ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਤ ਕਰਨ ਦਾ ਉਪਦੇਸ਼ ਦਿੱਤਾ ਹੈ। ਕਿਰਤ ਕਰਨੀ, ਨਾਮ ਜਪਣੀ, ਵੰਡ ਛਕਣਾ। ਮੰਗਣਾ ਹੈ ਪਰਮੇਸ਼ਰ ਦੇ ਕੋਲੋਂ ਮੰਗਣਾ ਹੈ, ਕਿਸੇ ਬੰਦੇ ਦੇ ਕੋਲੋਂ ਨਹੀਂ ਮੰਗਣਾ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵਈ, ਅਗਣਤ ਭਰੇ ਭੰਡਾਰ। ਦੇਨਹਾਰ ਸਦ ਜੀਵਨ ਹਾਰਾ, ਮਨ ਮੂਰਖ ਕਿਉ ਤਾਹੇ ਵਿਸਾਰਾ। ਕਹਿੰਦੇ ਦੁਨਿਆਵੀ ਦਾਤੇ ਜਿਹੜੇ ਹਨ ਉਹ ਤਾਂ ਮਰ ਵੀ ਜਾਂਦੇ ਹਨ, ਪਰ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਦਾਤਾ ਹੈ ਨਾ, ਸਦਾ ਹੀ ਕਹਿੰਦੇ ਉਹ ਕਾਇਮ ਦਾਇਮ ਹੈ, ਹਾਜ਼ਰ ਨਾਜ਼ਰ ਹੈ, ਉਸ ਦੇ ਕੋਲੋਂ ਮੰਗ। ਭਾਈ ਗੁਰਦਾਸ ਸਾਹਿਬ ਜੀ ਇੱਥੋਂ ਤੱਕ ਆਖਦੇ ਹਨ, ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਐ। ਉਹਦੇ ਕੋਲੋਂ ਨਾ ਮੰਗੀ ਜਿਹਦੇ ਕੋਲੋਂ ਮੰਗ ਕੇ ਪੂਰੀ ਨਾ ਪਵੇ, ਫਿਰ ਹੋਰ ਕੋਲੋਂ ਮੰਗਣਾ ਪਵੇ। ਹੋਸ਼ਾ ਛਾਉ ਨਾ ਕੀਚਈ ਫਿਰ ਪਛੋਤਾਈਐ। ਇਹੋ ਜਿਹੇ ਬੰਦੇ ਦੇ ਕੋਲੋਂ ਨਾ ਮੰਗੀ ਜਿਹੜਾ ਦੇ ਕੇ ਤੈਨੂੰ ਜਣਾਵੇ ਵੀ ਮੈਂ ਤੈਨੂੰ ਕੱਲ ਇੰਨਾ ਦਿੱਤਾ ਸੀ। ਮੰਗਣਾ ਹੈ ਉਸ ਦਾਤੇ ਦੇ ਕੋਲੋਂ ਮੰਗੀ ਜਿਹੜਾ ਦੇ ਨਾ ਪਛੋਤਾਏ, ਜਿਹੜਾ ਕਹਿੰਦੇ ਦਵੇ ਫਿਰ ਲੈਣ ਵਾਲੇ ਨੂੰ ਪਛਤਾਉਣਾ ਨਹੀਂ ਪੈਂਦਾ ਹੈ, ਜਿਹੜਾ ਦੇ ਕੇ ਭੁੱਲ ਜਾਂਦਾ ਹੈ। ਸਾਧ ਸੰਗਤ ਜੀ ਇਸੇ ਪ੍ਰਕਾਰ ਉਦਾਸੀ ਸੰਪਰਦਾ ਹੈ, ਭਾਵੇਂ ਪਹਿਲਾਂ ਵੀ ਚੱਲਦੀ ਸੀ, ਪਰ ਇਸ ਦਾ ਉਦਾਸੀ ਮਹਾਂਪੁਰਸ਼ਾਂ ਦੇ ਅਨੁਸਾਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਪੁਨਰ ਨਿਰਮਾਣ ਕੀਤਾ, ਕਿਉਂਕਿ ਉਹਨਾਂ ਦੇ ਗ੍ਰੰਥਾਂ ਦੇ ਵਿੱਚ ਇਹ ਬਚਨ ਲਿਖਿਆ ਹੈ ਉਦਾਸੀ ਮਹਾਂਪੁਰਸ਼ਾਂ ਦੇ। ਜਿਵੇਂ ਕੋਈ ਮਕਾਨ ਪੁਰਾਣਾ ਹੋ ਜਾਂਦਾ ਹੈ ਨਾ, ਉਹਨੂੰ ਫਿਰ ਢਾਹ ਕੇ ਫਿਰ ਨਵਾਂ ਬਣਾ ਲਈਦਾ ਹੈ। ਉਂਝ ਸਧਾਰਨ ਰੂਪ ਦੇ ਵਿੱਚ ਕਿਹਾ ਜਾਂਦਾ ਹੈ ਨਾ ਵੀ ਉਦਾਸੀ ਸੰਪਰਦਾ ਬਾਬਾ ਸ਼੍ਰੀ ਚੰਦ ਸਾਹਿਬ ਜੀ ਤੋਂ ਚੱਲੀ, ਪਰ ਉਦਾਸੀ ਮਹਾਂਪੁਰਸ਼ਾਂ ਦੇ ਬਚਨ ਹੀ ਦਾਸ ਸੁਣਾ ਰਿਹਾ ਹੈ। ਉਹਨਾਂ ਨੇ ਲਿਖੇ ਹਨ ਕਿ ਚੱਲੀ ਤਾਂ ਪਹਿਲਾਂ ਤੋਂ ਹੀ ਹੈ, ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਇਸ ਦਾ ਪੁਨਰ ਨਿਰਮਾਣ ਕੀਤਾ ਹੈ, ਦੁਬਾਰਾ ਇਸ ਨੂੰ ਚਲਾਇਆ ਹੈ। ਬੜੀ ਕਰਨੀ ਕਮਾਈ ਵਾਲੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਚਨ ਆਉਂਦਾ ਹੈ, ਜਿਨ ਤੂੰ ਜਾਤਾ ਸੋ ਗਿਰਸਤ ਉਦਾਸੀ ਪਰਵਾਣ, ਨਾਮ ਰਤਾ ਸੋਈ ਨਿਰਵਾਣ। ਕਹਿੰਦੇ ਹੇ ਵਾਹਿਗੁਰੂ ਜੀ, ਜਿਹਨੇ ਤੇਰੇ ਨਾਲ ਡੂੰਘੀ ਸਾਂਝ ਪਾ ਲਈ, ਜਿਹੜਾ ਤੇਰੇ ਨਾਲ ਜੁੜ ਗਿਆ, ਭਾਵੇਂ ਉਦਾਸੀ ਹੋਵੇ ਭਾਵੇਂ ਗ੍ਰਸਤੀ ਹੋਵੇ, ਉਹ ਤੈਨੂੰ ਪਰਵਾਣ ਹੈ। ਕਈ ਵਾਰੀ ਆਪਾਂ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਤੋਂ ਅਣਜਾਣ ਪੁਣੇ ਦੇ ਵਿੱਚ ਇਹੋ ਜਿਹੇ ਮਹਾਂਪੁਰਸ਼ਾਂ ਦੀ ਨਿੰਦਾ ਕਰਦੇ ਆ ਨਾ, ਪਰ ਸਾਧ ਸੰਗਤ ਜੀ ਇਹ ਜਾਇਜ਼ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕਿਸੇ ਦੀ ਨਿੰਦਾ ਨਹੀਂ ਕੀਤੀ ਗਈ, ਸਭ ਨੂੰ ਸਨਮਾਨ ਦਿੱਤਾ ਗਿਆ ਹੈ। ਜਿੰਨੇ ਵੀ ਤੈਨੂੰ ਜਾਣਦਿਆ, ਜਿੰਨੇ ਤੇਰੇ ਨਾਲ ਡੂੰਘੀ ਸਾਂਝ ਪਾ ਲਈ, ਉਹ ਕਹਿੰਦੇ ਪ੍ਰਵਾਨ ਹੈ। ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇਖੋ ਕਿੰਨੀ ਕਮਾਈ ਵਾਲੇ ਸਨ।
ਗੁਰੂ ਨਾਨਕ ਸਾਹਿਬ ਨਿਰੰਕਾਰ ਦੇ ਤਾਂ ਦਰਸ਼ਨ ਦੀਦਾਰ ਕਰਦੇ ਹੀ ਸਨ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਬਾਬਾ ਜੀ ਨੂੰ ਮਿਲਣ ਵਾਸਤੇ ਆਉਂਦੇ ਹਨ। ਬਾਠ ਸਾਹਿਬ ਦਰਸ਼ਨ ਦੀਦਾਰ ਕਰਨ ਵਾਸਤੇ, ਮਿਲਣ ਵਾਸਤੇ, ਮਿਲਾਪ ਕਰਨ ਵਾਸਤੇ ਆਉਂਦੇ ਹਨ। ਮਹਾਰਾਜ ਜੀ ਦਾ ਜਿਹੜਾ ਇੱਕ ਸਪੁੱਤਰ ਸੀ ਭਾਈ ਦਾਤੂ ਜੀ, ਉਸ ਨੂੰ ਸਮਾਧੀ ਲਗਾਉਣ ਦੀ ਜਿਹੜੀ ਜੁਗਤੀ ਸੀ ਉਹ ਬਾਬਾ ਸ਼੍ਰੀ ਚੰਦ ਜੀ ਨੇ ਸਿਖਾਈ। ਉਹਨਾਂ ਆਖਿਆ ਇਸ ਤਰੀਕੇ ਦੇ ਨਾਲ ਅਭਿਆਸ ਕਰਿਆ ਕਰੋ, ਇਸ ਤਰੀਕੇ ਦੇ ਨਾਲ ਪ੍ਰਾਣਾਯਾਮ ਕਰਿਆ ਕਰੋ, ਇਸ ਤਰ੍ਹਾਂ ਕਰਦਿਆਂ ਕਰਦਿਆਂ ਤੁਸੀਂ ਸਮਾਧੀ ਦੇ ਵਿੱਚ ਚਲੇ ਜਾਇਆ ਕਰੋਗੇ। ਉਹਨਾਂ ਨੇ ਜੁਗਤ ਦੱਸੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਕੋਲ ਆਉਂਦੇ ਹਨ। ਉਹਨਾਂ ਦੇ ਸਪੁੱਤਰ ਬਾਬਾ ਮੋਹਨ ਜੀ ਨੂੰ ਵੀ ਸਾਧ ਸੰਗਤ ਜੀ ਅਧਿਆਤਮਿਕ ਪ੍ਰਾਪਤੀ ਦੇ ਰਸਤੇ ਦੇ ਉੱਪਰ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਤੋਰਿਆ। ਬਾਬਾ ਮੋਹਨ ਜੀ ਨੂੰ ਵੀ ਇਹਨਾਂ ਨੇ ਹੀ ਤੋਰਿਆ। ਗੁਰੂ ਰਾਮਦਾਸ ਮਹਾਰਾਜ ਜੀ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੇ ਹਨ। ਇਹਨਾਂ ਦੇ ਸਪੁੱਤਰ ਵੀ ਜਿਹੜੇ ਸਨ ਬਾਬਾ ਮਹਾਦੇਵ ਜੀ, ਉਹਨਾਂ ਨੂੰ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਤਰੀਕੇ ਦੇ ਨਾਲ ਭਜਨ ਬੰਦਗੀ ਕਰਨ ਦਾ ਵੱਲ ਸਿਖਾਇਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਉਂਦੇ ਹਨ। ਜਿੰਨਾ ਚਿਰ ਤੱਕ ਸਮਾਧੀ ਦੇ ਵਿੱਚ ਬੈਠੇ ਰਹੇ ਉਹਨਾਂ ਚਿਰ ਤੱਕ ਉਡੀਕ ਕਰਦੇ ਰਹੇ। ਇਹ ਨਹੀਂ ਆਖਿਆ ਵੀ ਇਹਨਾਂ ਨੂੰ ਹਿਲਾਓ ਜਲਾਓ, ਇਹਨਾਂ ਦੀ ਸਮਾਧੀ ਤੋੜੋ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਹਨ। ਹਰ ਸਾਧ ਸੰਗਤ ਜੀ ਇਹਨਾਂ ਦੇ ਵੀ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਨੇ ਬਹੁਤ ਸਾਰੀਆਂ ਬਰਕਤਾਂ ਦੇ ਕੇ ਨਿਵਾਜਿਆ। ਆਖਿਆ ਧੰਨ ਬਾਬਾ ਗੁਰਦਿੱਤਾ ਜੀ, ਦੀਨ ਦੁਨੀ ਦਾ ਟਿੱਕਾ ਜੀ, ਜੋ ਵਰ ਮੰਗਿਆ ਸੋ ਵਰ ਦਿੱਤਾ ਜੀ। ਇਹ ਭਜਨ ਬੰਦਗੀ ਦਾ ਪ੍ਰਤਾਪ ਹੈ। ਜਿਹੜੇ ਵੀ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਜਾਂਦੇ ਹਨ, ਕੋਈ ਕਿਸੇ ਤਰੀਕੇ ਦੇ ਨਾਲ ਚੱਲਦਾ ਹੈ, ਕੋਈ ਕਿਸੇ ਤਰੀਕੇ ਦੇ ਨਾਲ ਚੱਲਦਾ ਹੈ, ਸਭ ਸਨਮਾਨਯੋਗ ਹਨ। ਬਾਬਾ ਸ਼੍ਰੀ ਚੰਦ ਜੀ ਵੀ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਜਾਂਦੇ ਹੋਇਆ ਕਰਦੇ ਸਨ, ਕਈ ਵਾਰੀ ਜਾਇਆ ਕਰਦੇ ਸਨ। ਮਹਾਰਾਜ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਔਰ ਕਹਿੰਦੇ ਬਚਨ ਕੀਤਾ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ। ਆਖਣ ਲੱਗੇ ਕਿ ਗੁਰੂ ਰਾਮਦਾਸ ਜੀ, ਇਹ ਤੁਹਾਡਾ ਕੈਸਾ ਸੁੰਦਰ ਦਾੜਾ ਤੁਸੀਂ ਵਧਾਇਆ ਹੈ। ਪਿਆਰ ਨਾਲ ਬਚਨ ਕੀਤਾ, ਕਿਉਂਕਿ ਗੁਰੂ ਰਾਮਦਾਸ ਜੀ ਲੰਮੇ ਦਾੜੇ ਵਾਲੇ, ਬਹੁਤ ਸੁੰਦਰ ਦਾੜੇ ਵਾਲੇ, ਬੜਾ ਫੱਬਵਾਂ ਦਾੜਾ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਦਾ। ਇਸ ਤਰ੍ਹਾਂ ਪਿਆਰ ਦੇ ਵਿੱਚ ਬਚਨ ਕੀਤਾ ਵੀ ਬੜਾ ਸੁੰਦਰ ਦਾੜਾ ਤੁਸਾਂ ਵਧਾਇਆ। ਅੱਗੋਂ ਨਿਮਰਤਾ ਦੀ ਮੂਰਤ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਖਣ ਲੱਗੇ, ਇਹ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਵਧਾਇਆ ਹੈ। ਕੇਵਲ ਆਖਿਆ ਨਹੀਂ, ਇੰਜ ਦਾੜੇ ਨੂੰ ਪਕੜ ਕਰਕੇ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਝਾੜ ਨਹੀਂ ਲੱਗ ਪਏ। ਇਸ ਤਰ੍ਹਾਂ ਇਤਿਹਾਸ ਦੇ ਵਿੱਚ ਲਿਖਿਆ ਹੈ। ਬਾਬਾ ਸ਼੍ਰੀ ਚੰਦ ਸਾਹਿਬ ਜੀ ਅੱਗੋਂ ਫਿਰ ਬਚਨ ਕਰਦੇ ਹਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਕਲਮਬੰਦ ਕੀਤੇ ਹਨ। ਉਹ ਕਹਿੰਦੇ, ਤੁਮਰੀ ਮਹਿਮਾ ਅਦਕ ਹੈ, ਮੋਤੇ ਕਹੀ ਨਾ ਜਾਏ। ਆਖਣ ਲੱਗੇ, ਹੇ ਗੁਰੂ ਰਾਮਦਾਸ ਸੋਢੀ ਸੁਲਤਾਨ, ਤੁਹਾਡੀ ਐਡੀ ਵੱਡੀ ਮਹਿਮਾ ਹੈ, ਮੇਰੇ ਕੋਲੋਂ ਜ਼ਬਾਨ ਦੇ ਨਾਲ ਬਿਆਨ ਹੀ ਨਹੀਂ ਕੀਤੀ ਜਾ ਰਹੀ ਹੈ। ਮੋਤੇ ਕਹੀ ਨਾ ਜਾਏ। ਕਹਿੰਦੇ, ਤੁਮਰੇ ਸਰ ਮੈਂ ਜੋ ਮੱਜੇ, ਪਾਪੀ ਭੀ ਗਤ ਪਾਹੇ। ਕਹਿੰਦੇ ਵੱਡੇ ਤੋਂ ਵੱਡਾ ਪਾਪੀ ਵੀ ਜੇ ਭਾਵਨਾ ਦੇ ਨਾਲ ਅੰਮ੍ਰਿਤ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰੇ ਨਾ, ਉਹਦੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ, ਉਹਦਾ ਮਨ ਨਿਰਮਲ ਹੋ ਜਾਂਦਾ ਹੈ, ਉਹਦੇ ਪਾਪ ਝੜ ਜਾਂਦੇ ਹਨ ਜੇ ਭਾਵਨਾ ਦੇ ਨਾਲ ਇਸ਼ਨਾਨ ਕਰੇ ਤਾਂ। ਰਾਮਦਾਸ ਸਰੋਵਰ ਨਹਾਤੇ
ਸਭ ਉਤਰੇ ਪਾਪ ਕਮਾਤੇ। ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਸਾਧ ਸੰਗਤ ਜੀ, ਉਸ ਸਮੇਂ ਜਹਾਂਗੀਰ ਸੀ, ਉਹਨੇ ਆਖਿਆ ਵੀ ਸੁਨੇਹਾ ਭੇਜਿਆ ਵੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਆਖੋ ਵੀ ਮੈਂ ਦਰਸ਼ਨ ਕਰਨੇ ਹਨ, ਮੈਨੂੰ ਆ ਕੇ ਦਰਸ਼ਨ ਦੇਣ। ਚਾਹੀਦਾ ਤਾਂ ਇਹ ਸੀ ਨਾ ਵੀ ਜੇ ਦਰਸ਼ਨ ਹੀ ਕਰਨੇ ਹਨ ਤਾਂ ਆਪ ਆਉਂਦਾ ਚੱਲ ਕੇ। ਰਾਜਨੀਤਿਕ ਲੋਕ ਜਿਹੜੇ ਹਨ ਕਈ ਤਰ੍ਹਾਂ ਦੀ ਦਾ ਪੇਜ ਖੇਡਦੇ ਹਨ ਵੀ ਚਲੋ ਉਹਨਾਂ ਨੂੰ ਬੁਲਾਉਨੇ ਆ। ਬਾਬਾ ਸ਼੍ਰੀ ਚੰਦ ਸਾਹਿਬ ਜੀ ਆਖਣ ਲੱਗੇ ਵੀ ਚਲੋ ਕੋਈ ਗੱਲ ਨਹੀਂ, ਕੌਤਕੀ ਸਨ, ਕੌਤਕ ਕਰਨ ਵਾਲੇ। ਜਹਾਂਗੀਰ ਨੇ ਸਾਧ ਸੰਗਤ ਜੀ ਘੋੜਾ ਭੇਜਿਆ, ਹਾਥੀ ਭੇਜਿਆ, ਪਾਲਕੀ ਭੇਜੀ, ਕਈ ਸਵਾਰੀਆਂ ਭੇਜੀਆਂ। ਆਖਣ ਲੱਗੇ ਵੀ ਬਾਬਾ ਸ਼੍ਰੀ ਚੰਦ ਜੀ ਨੂੰ ਆਖੋ ਵੀ ਜਿਹੜੀ ਸਵਾਰੀ ਤੇ ਸਵਾਰ ਹੋ ਕੇ ਆਉਣਾ ਹੈ ਆ ਜਾਣ। ਬਾਬਾ ਸ਼੍ਰੀ ਚੰਦ ਸਾਹਿਬ ਜੀ ਆਖਣ ਲੱਗੇ ਵੀ ਸਾਨੂੰ ਤੁਹਾਡੀਆਂ ਸਵਾਰੀਆਂ ਦੀ ਲੋੜ ਨਹੀਂ, ਅਸੀਂ ਆਪੇ ਆ ਜਾਵਾਂਗੇ, ਸਾਡੇ ਕੋਲ ਸਵਾਰੀ ਹੈਗੀ ਤਾਂ ਹੈ। ਤੁਹਾਡੀ ਸਵਾਰੀ ਕਿਹੜੀ ਹੈ? ਕਹਿੰਦੇ ਆ ਵੇਖੋ ਕਮਲੀਆ ਜੀ ਬੈਠੇ, ਅਸੀਂ ਇਹਨਾਂ ਦੇ ਮੋਢਿਆਂ ਤੇ ਬੈਠ ਕੇ ਆ ਜਾਣਾ ਹੈ। ਸਾਧ ਸੰਗਤ ਜੀ, ਜਿਸ ਵਕਤ ਸਾਰੀਆਂ ਸਵਾਰੀਆਂ ਗਈਆਂ ਉਹ ਖਹਿੜੇ ਪੈ ਗਏ ਵੀ ਨਹੀਂ, ਸਾਨੂੰ ਜਹਾਂਗੀਰ ਨੇ ਗੁੱਸੇ ਹੋਣਾ ਹੈ ਵੀ ਤੁਸੀਂ ਮਹਾਂਪੁਰਸ਼ਾਂ ਨੂੰ ਬਿਠਾ ਕੇ ਕਿਉਂ ਨਹੀਂ ਲਿਆਏ। ਕਹਿੰਦੇ ਚੰਗਾ ਫਿਰ ਅਸੀਂ ਹਾਥੀ ਤੇ ਬੈਠ ਕੇ ਆ ਜਾਂਦੇ ਹਾਂ। ਆਹ ਸਾਡੀ ਕੰਬਲੀ ਪਹਿਲਾਂ ਹਾਥੀ ਦੇ ਉੱਪਰ ਰੱਖੋ, ਬਾਅਦ ਦੇ ਵਿੱਚ ਅਸੀਂ ਬੈਠਾਂਗੇ। ਕਹਿੰਦੇ ਜਦ ਕੰਬਲੀ ਰੱਖੀ, ਹਾਥੀ ਧਰਤੀ ਦੇ ਵਿੱਚ ਧੱਸਦਾ ਜਾਵੇ। ਬਾਬਾ ਜੀ ਆਖਣ ਲੱਗੇ ਤੁਹਾਡਾ ਇਹ ਰਾਜੇ ਦਾ ਹਾਥੀ ਤਾਂ ਮੇਰੀ ਕੰਬਲੀ ਦਾ ਭਾਰ ਨਹੀਂ ਸਹਾਰ ਸਕਿਆ, ਮੇਰਾ ਕਿੱਥੋਂ ਇਸਨੇ ਸਹਾਰਨਾ ਹੈ, ਜਾਓ ਤੁਸੀਂ ਆਪੇ ਆ ਜਾਵਾਂਗੇ। ਜਿੰਨਾ ਚਿਰ ਤੱਕ ਇਹ ਲੋਕ ਗਏ ਵਾਪਸ, ਉਸ ਤੋਂ ਪਹਿਲਾਂ ਹੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਪਹੁੰਚ ਗਏ। ਕਿਉਂਕਿ ਜਿੱਥੇ ਮਰਜੀ ਗੁਪਤ ਹੋ ਜਾਣ, ਜਿੱਥੇ ਮਰਜੀ ਪ੍ਰਗਟ ਹੋ ਜਾਣ, ਐਸੀ ਉਹਨਾਂ ਦੇ ਕੋਲ ਸਮਰੱਥਾ ਸੀ। ਕਹਿੰਦੇ ਚਾਦਰ ਜਿਹੜੀ ਸੀ ਨਾ ਇੱਕ ਰੱਖੀ ਹੋਈ, ਉਹ ਥੋੜੀ ਹਿੱਲ ਰਹੀ ਸੀ। ਜਹਾਂਗੀਰ ਆਖਣ ਲੱਗੇ ਵੀ ਇਹ ਚਾਦਰ ਦੇ ਹੇਠਾਂ ਕੀ ਹੈ? ਆਖਣ ਲੱਗੇ ਵੀ ਦੇਖਣਾ ਹੈ। ਕਹਿੰਦੇ ਦਿਖਾ ਦਿਓ। ਉਹ ਕਹਿੰਦੇ ਉਸੇ ਵਕਤ ਜਹਾਂਗੀਰ ਨੂੰ ਕੰਬ ਕੇ ਤਾਪ ਚੜ ਗਿਆ, ਉਹ ਕੰਬਣ ਲੱਗ ਪਿਆ। ਆਖਣ ਲੱਗੇ ਮੈਂ ਤਾਪ ਨੂੰ, ਬੁਖਾਰ ਨੂੰ ਇੱਥੇ ਕੈਦ ਕਰਕੇ ਰੱਖਿਆ ਸੀ, ਲਓ ਕਰ ਲਓ ਦਰਸ਼ਨ। ਮੁਆਫੀ ਮੰਗੀ। ਭਾਵ ਇਹੋ ਜੀਆਂ ਮਹਾਨ ਬਰਕਤਾਂ ਦੇ ਮਾਲਕ ਇਹਨਾਂ ਹੀ ਸੰਪਰਦਾਵਾਂ ਦੇ ਵਿੱਚ ਇੱਕ ਮਹਾਂਪੁਰਸ਼ ਹੋਏ ਹਨ। ਜੰਗਲ ਦੇ ਵਿੱਚ ਲੱਕੜੀਆਂ ਲੈਣ ਵਾਸਤੇ ਗਏ, ਗੱਡਾ ਜਿਹਾ ਬਣਾਇਆ ਸੀ, ਇੱਕ ਅੱਗੇ ਬਲਦ ਜੋੜਿਆ, ਉਧਰੋਂ ਸ਼ੇਰ ਨਿਕਲ ਆਇਆ, ਉਹਨੇ ਭਬਕ ਮਾਰੀ। ਬਲਦ ਜਿਹੜਾ ਸੀ ਨਾ ਉਹ ਦੌੜ ਗਿਆ ਸ਼ੇਰ ਦੇ ਕੋਲੋਂ ਡਰ ਕੇ। ਸੰਤਾਂ ਦੀ ਸੇਵਾ ਕਰਨ ਵਾਲੇ ਵੀ ਸੰਤ ਹੀ ਹੋ ਜਾਂਦੇ ਹਨ। ਕਹਿੰਦੇ ਜਿਹੜਾ ਸੰਗੀ ਨੂੰ ਸੰਤ ਨਾ ਬਣਾਵੇ ਉਹਨੂੰ ਸੰਤ ਨਹੀਂ ਸਮਝਣਾ ਚਾਹੀਦਾ ਹੈ। ਸੰਤਾਂ ਦੀ ਸੰਗਤ ਕਰਨ ਵਾਲੇ ਉਹ ਵੀ ਮਹਾਨ ਹੋ ਜਾਂਦੇ ਹਨ, ਉਹਦੇ ਵਿੱਚ ਵੀ ਬਰਕਤਾਂ ਸਨ। ਕਹਿੰਦੇ ਉਸੇ ਵਕਤ ਸ਼ੇਰ ਨੂੰ ਆਖਣ ਲੱਗੇ ਤੂੰ ਸਾਡੇ ਬਲਦ ਨੂੰ ਭਜਾ ਦਿੱਤਾ ਹੈ, ਇੱਧਰ ਆ। ਉਹਨੂੰ ਕੰਨੋਂ ਪਕੜ ਕੇ ਜਿਹੜੀ ਗੱਡੀ ਸੀ ਉਹਦੇ ਵਿੱਚ ਜੋੜ ਲਿਆ। ਇਹ ਬਾਲਣ ਕੌਣ ਲੈ ਕੇ ਜਾਵੇਗਾ? ਤੇਰਾ ਪਿਓ ਲੈ ਕੇ ਜਾਵੇਗਾ। ਭਾਵ ਇਹੋ ਜਿਹੀਆਂ ਬਰਕਤਾਂ ਵਾਲੇ ਜਿਹੜੇ ਅਣਜਾਣਪੁਣੇ ਦੇ ਵਿੱਚ ਇਹੋ ਜਿਹੇ ਮਹਾਂਪੁਰਸ਼ਾਂ ਦੀ ਨਿੰਦਾ ਕਰਦੇ ਹਨ। ਮਹਾਰਾਜ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ ਬਚਨ ਲਿਖੇ ਹਨ, ਆਪ ਨਾ ਦੇਹ ਚੁਰੂ ਭਰ ਪਾਣੀ, ਤੇ ਨਿੰਦੇ ਜੇ ਗੰਗਾ ਆਨੀ। ਆਪ ਤਾਂ ਕਹਿੰਦੇ ਚੂਲੀ ਪਾਣੀ ਦੀ ਦਾਨ ਨਹੀਂ ਕਰ ਸਕਦੇ, ਨਿੰਦਾ ਉਹਨਾਂ ਦੀ ਕਰਦੇ ਹਨ ਜਿਨ੍ਹਾਂ ਨੇ ਗੰਗਾ ਵਹਾ ਦਿੱਤੀਆਂ ਜਗਤ ਦੇ ਵਿੱਚ। ਐਸੇ ਪਰਉਪਕਾਰ ਕੀਤੇ। ਬੜੀਆਂ ਨਿਰਮਲ ਆਤਮਾਵਾਂ ਸਿੱਖ ਕੌਮ ਦਾ ਸ਼ਿੰਗਾਰ ਹਨ। ਜਿਸ ਤਰ੍ਹਾਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਸਾਹਿਬ ਵਾਲੇ, ਜਿਨ੍ਹਾਂ ਨੇ ਬਹੁਤ ਭਾਰੀ ਘਾਲਣਾ ਕੀਤੀ, ਤਪ ਕੀਤਾ, ਹਜੂਰ ਸਾਹਿਬ ਵਿਖੇ ਵੀ ਬਹੁਤ ਸਾਰੀ ਸਾਧਨਾ ਕੀਤੀ। ਉਹਨਾਂ ਦੀ ਯਾਦ ਦੇ ਵਿੱਚ ਉੱਥੇ ਅਸਥਾਨ ਹੈ ਭਜਨਗੜ੍ਹ ਸਾਹਿਬ, ਜਿੱਥੇ ਬਹੁਤ ਸਾਰਾ ਉਹਨਾਂ ਨੇ ਭਜਨ ਕੀਤਾ। ਕਿਸੇ ਪ੍ਰੇਮੀ ਨੇ ਪੁੱਛਿਆ ਕਿ ਮਹਾਂਪੁਰਸ਼ੋ ਤੁਸੀਂ ਧੰਨ 10ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ,
ਮੈਨੂੰ ਦੱਸੋ ਉਹ ਕਿਸ ਤਰ੍ਹਾਂ ਦੇ ਸਨ। ਸੰਤ ਆਖਣ ਲੱਗੇ ਗੁਰਮੁਖਾ ਤੇਰੇ ਵਰਗੇ ਸਨ। ਆਖਣ ਲੱਗੇ ਮੇਰੇ ਵਰਗੇ ਕਿਵੇਂ? ਕਹਿੰਦੇ ਮਹਾਰਾਜ ਨੇ ਆਖਿਆ ਤਾਂ ਹੈ ਵੀ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਉਹ ਸਿੰਘਾਂ ਦੇ ਵਿੱਚ ਹੀ ਵਸਦੇ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਬਹੁਤ ਵੱਡੇ ਵੱਡੇ ਉਹਨਾਂ ਨੇ ਪਰਉਪਕਾਰ ਕੀਤੇ, ਪ੍ਰਚਾਰ ਕੀਤਾ, ਟੁੱਟਿਆਂ ਹੋਇਆਂ ਨੂੰ ਜੋੜਿਆ। ਜਿਹੜੇ ਸਿਮਰਨ ਤੋਂ ਟੁੱਟੇ ਸਨ ਉਹਨਾਂ ਨੂੰ ਸਿਮਰਨ ਦੇ ਰਸਤੇ ਪਾਇਆ, ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਸਿੰਘ ਸਜਾਇਆ। ਸੰਤ ਬਾਬਾ ਆਨੰਦ ਸਿੰਘ ਜੀ, ਸੰਤ ਬਾਬਾ ਜਵੰਦ ਸਿੰਘ ਜੀ, ਜਿਨ੍ਹਾਂ ਨੇ ਬਹੁਤ ਸਾਰਾ ਭਜਨ ਕੀਤਾ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਵੀ ਮੰਗ ਲਓ ਜੋ ਮੰਗਣਾ ਹੈ। ਬਾਬਾ ਆਨੰਦ ਸਿੰਘ ਜੀ ਨੂੰ ਆਖਣ ਲੱਗੇ ਮੈਨੂੰ ਆਪਣੇ ਬਣਾ ਲਓ, ਬਸ ਇਹੀ ਚਾਹੀਦਾ ਹੈ, ਹੋਰ ਕੁਝ ਨਹੀਂ ਚਾਹੀਦਾ। ਮਹਾਰਾਜ ਮੁਸਕਰਾ ਕੇ ਆਖਣ ਲੱਗੇ ਜੇ ਮੈਨੂੰ ਮੰਗ ਲਿਆ ਫਿਰ ਪਿੱਛੇ ਹੋਰ ਕੀ ਰਹਿ ਗਿਆ ਹੈ। ਵਿਦਵਾਨਾਂ ਦੇ ਬਚਨ ਹਨ, ਸਭ ਕੁਝ ਮਾਂਗ ਲਿਆ ਖੁਦਾ ਕੋ ਮਾਂਗ ਕਰ, ਉੱਠਤੇ ਨਹੀਂ ਹੈ ਮੇਰੇ ਹਾਥ ਇਸ ਦੁਆ ਕੇ ਬਾਅਦ। ਜਿਨ੍ਹਾਂ ਨੇ ਗੁਰੂ ਨੂੰ ਮੰਗ ਲਿਆ, ਜਿਨ੍ਹਾਂ ਨੇ ਰੱਬ ਨੂੰ ਮੰਗ ਲਿਆ, ਉਹਨਾਂ ਨੇ ਹੋਰ ਕਿਹੜੀ ਚੀਜ਼ ਪਿੱਛੇ ਰਹਿ ਗਈ। ਬਾਬਾ ਜਵੰਦ ਸਿੰਘ ਜੀ ਨੇ ਉਹਨਾਂ ਨੂੰ ਆਖਿਆ ਵੀ ਤੁਸੀਂ ਮੰਗੋ। ਉਹਨਾਂ ਨੇ ਆਖਿਆ ਵੀ ਜਿਸ ਵਕਤ ਅਸੀਂ ਕੀਰਤਨ ਕਰੀਏ ਤੁਹਾਡੀ ਹਜ਼ੂਰੀ ਦੇ ਵਿੱਚ ਕਰੀਏ, ਤੁਹਾਨੂੰ ਦੂਰ ਨਾ ਸਮਝੀਏ। ਇਸ ਤਰ੍ਹਾਂ ਸਮਝੀ ਵੀ ਤੁਹਾਡਾ ਰਹਿਮਤ ਭਰਿਆ ਹੱਥ ਸਾਡੇ ਸਿਰ ਦੇ ਉੱਪਰ ਹੈ। ਮਹਾਰਾਜ ਆਖਣ ਲੱਗੇ ਇਸੇ ਤਰ੍ਹਾਂ ਹੀ ਹੋਵੇਗਾ। ਕੀਰਤਨ ਕਰਦਿਆਂ ਤੁਹਾਨੂੰ ਵੀ ਝਲਕਾਂ ਪੈਣਗੀਆਂ, ਬਸ ਇੱਥੇ ਹੀ ਬਸ ਨਹੀਂ, ਜਿਹੜੇ ਤੁਹਾਡੇ ਕੋਲੋਂ ਆ ਕੇ ਕੀਰਤਨ ਸੁਣਨਗੇ ਨਾ ਉਹਨਾਂ ਨੂੰ ਵੀ ਝਲਕਾਂ ਮਿਲਣਗੀਆਂ। ਸਾਧ ਸੰਗਤ ਜੀ ਐਸੇ ਐਸੇ ਕੌਮ ਦਾ ਸ਼ਿੰਗਾਰ ਹਨ। ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦਾ ਵੀ ਗੁਰਮੁਖ ਪਿਆਰੇ ਕਵੀਸ਼ਰੀ ਸਿੰਘ ਜ਼ਿਕਰ ਕਰ ਰਹੇ ਸਨ। ਅੱਜ ਵੀ ਬੜੀਆਂ ਬੜੀਆਂ ਬਰਕਤਾਂ ਵਾਲੇ ਬੈਠੇ ਹਨ। ਸੰਤ ਬਾਬਾ ਝੰਡਾ ਸਿੰਘ ਜੀ ਦਾ ਜ਼ਿਕਰ ਆਉਂਦਾ ਹੈ। ਤਰਨ ਤਾਰਨ ਸਾਹਿਬ ਸੇਵਾ ਕਰਵਾ ਰਹੇ ਸਨ। ਸਰੋਵਰ ਦੇ ਕਿਨਾਰੇ ਤੇ ਕਿਸੇ ਪ੍ਰੇਮੀ ਨੇ ਆ ਕੇ ਬੇਨਤੀ ਕੀਤੀ ਕਿ ਮਹਾਂਪੁਰਸ਼ੋ ਪ੍ਰਸ਼ਾਦੇ ਚਾਲੇ ਮਾਰ ਗਏ ਹਨ। ਆਖਣ ਲੱਗੇ ਕੋਈ ਗੱਲ ਨਹੀਂ, ਉੱਪਰ ਰੁਮਾਲਾ ਪਾ ਦਿਓ ਟੋਕਰੇ ਦੇ ਉੱਪਰ, ਹੌਲੀ ਜਿਹੇ ਹੱਥ ਪਾ ਕੇ ਕੱਢ ਕੱਢ ਕੇ ਵਰਤਾਈ ਜਾਓ। ਭਾਵ ਇਹ ਨਹੀਂ ਵੀ ਅਸੀਂ 5-10 ਦੇਵਾਂਗੇ ਤਾਂ ਹੀ ਉਹਨਾਂ ਦੇ ਕੰਮ ਚੱਲਣੇ ਹਨ। ਕਾਰ ਸੇਵਾ ਵਾਲਿਆਂ ਦੇ ਕੋਲ ਬੜੀਆਂ ਬਰਕਤਾਂ ਹੁੰਦੀਆਂ ਹਨ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ, 9 ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੇ ਸਦਾ ਵਸਾਏ। ਸਾਧ ਸੰਗਤ ਜੀ ਸੰਤ ਬਾਬਾ ਆਤਮਾ ਸਿੰਘ ਜੀ ਇਸ ਨਗਰ ਦੇ ਵਿੱਚ ਆਏ। ਉਹਨਾਂ ਨੇ ਆਪਣੇ ਮੁਬਾਰਕ ਚਰਨ ਪਾਏ। ਇਕੱਲੇ ਪਾਏ ਨਹੀਂ, ਇੱਥੇ ਉਹਨਾਂ ਨੇ ਆਪਣੇ ਚਰਨ ਟਿਕਾਏ। ਕਿਉਂਕਿ ਚਰਨ ਪਾਉਣਾ ਹੋਰ ਗੱਲ ਹੁੰਦੀ ਹੈ ਵੀ ਘੜੀ ਪਲ ਪਾਏ ਹੋਣਗੇ, ਪਰ ਜਿੱਥੇ ਚਰਨ ਟਿਕਾ ਹੀ ਦੇਣ ਕਿੱਡੀ ਵੱਡੀ ਗੱਲ ਹੋਇਆ ਕਰਦੀ ਹੈ। ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹੰਦਾ, ਉਹ ਸੇਵਨ ਸਮਰਿਥ ਆਪਣਾ ਬਿਨਸੇ ਸਭ ਮੰਦਾ। ਭਾਗਾਂ ਵਾਲਾ ਨਗਰ ਹੈ। ਉਹਨਾਂ ਤੋਂ ਅੱਗੇ ਫਿਰ ਗੁਰਮੁਖ ਪਿਆਰੇ ਮਹਾਂਪੁਰਸ਼ ਸੰਤ ਮੁਖਤਿਆਰ ਸਿੰਘ ਜੀ ਸੇਵਾਵਾਂ ਨਿਭਾ ਰਹੇ ਹਨ। ਸਤਿਗੁਰੂ ਜੀ ਚੜ੍ਹਦੀ ਕਲਾ ਦੇ ਨਾਲ ਸਿਹਤ ਜਾਬੀ ਬਖਸ਼ ਕੇ ਜੋ ਸੇਵਾਵਾਂ ਹਨ ਇਸੇ ਤਰ੍ਹਾਂ ਲੈਂਦੇ ਰਹਿਣ। ਸਾਡੀ ਸਾਰਿਆਂ ਦੀ ਉਹਨਾਂ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਕੋਟਾਨ ਕੋਟ ਪ੍ਰਣਾਮ ਹੈ, ਜਿਨ੍ਹਾਂ ਨੇ ਆਪ ਜਪਿਆ ਹੋਰਨਾਂ ਨੂੰ ਜਪਾਇਆ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਹਨ ਕਿ ਐਸੇ ਗੁਰਸਿੱਖਾਂ ਤੋਂ, ਐਸੇ ਸਤਿਪੁਰਸ਼ਾਂ ਤੋਂ ਮੈਂ ਕੁਰਬਾਨ ਜਾਂਦਾ ਹਾਂ ਜੋ ਆਪ ਜਪੈ ਅਵਰੈ ਨਾਮ ਜਪਾਵੈ। ਕਿਉਂਕਿ ਦੂਸਰਿਆਂ ਨੂੰ ਉਹੀ ਜਪਾ ਸਕਦਾ ਹੈ ਨਾ ਜਿਹੜਾ ਆਪ ਜਪਦਾ ਹੈ। ਜੇ ਸਾਡੇ ਵਾਂਗ ਆਪ ਨਹੀਂ ਜਪਿਆ ਫਿਰ ਦੂਸਰੇ ਨੂੰ ਕਿਵੇਂ ਜਪਾਇਆ ਜਾ ਸਕਦਾ ਹੈ। ਧੰਨ ਕਲਗੀਧਰ ਪਾਤਸ਼ਾਹ ਫਰਮਾਉਂਦੇ ਹਨ, ਔਰਨ ਕਹਾ ਉਪਦੇਸ਼ਤ ਹੈ ਪਸ਼ੂ, ਤੋਹੇ ਪ੍ਰਬੋਧ ਨਾ ਲਾਗੋ। ਕਹਿੰਦੇ ਆ ਪਸ਼ੂ ਬਿਰਤੀ ਵਾਲੇ ਬੰਦੇ, ਆਪ ਤਾਂ ਤੂੰ ਆਪਣੇ ਆਪ ਨੂੰ ਪ੍ਰਬੋਧਿਆ ਨਹੀਂ, ਆਪ ਤਾਂ ਜਪਿਆ ਨਹੀਂ, ਦੂਸਰਿਆਂ ਨੂੰ ਉਪਦੇਸ਼ ਦੇਣ ਲੱਗ ਪਿਆ ਹੈ। ਇਸ ਕਰਕੇ ਸਾਧ ਸੰਗਤ ਜੀ ਐਸੇ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਸਾਡੀ ਰੋਮ ਰੋਮ ਕਰਕੇ ਕੋਟਾਨ ਕੋਟ ਪ੍ਰਣਾਮ ਹੈ। ਸਤਿਗੁਰੂ ਜੀ ਕਿਰਪਾ ਕਰਨ।
ਸਮੁੱਚੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ। ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਆਪਾਂ ਬੈਠੇ ਹਾਂ। ਜਿਹੜੇ ਅਜੇ ਤੱਕ ਸਾਬਤ ਸੂਰਤ ਨਹੀਂ ਹੋਏ, ਸਾਬਤ ਸੂਰਤ ਹੋਵੋ। ਰਹਿਤਨਾਮਿਆਂ ਦੇ ਬਚਨ ਹਨ, ਸਾਬਤ ਸੂਰਤ ਰੱਬ ਦੀ, ਭੰਨੇ ਬੇਈਮਾਨ ਦਰਗਹਿ ਢੋਈ ਨਾ ਲਹੈ, ਕਾਫਰ ਕੁੱਤਾ ਸ਼ੈਤਾਨ। ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਹਨ, ਨਸ਼ਿਆਂ ਦਾ ਤਿਆਗ ਕਰੋ। ਗੁਰਬਾਣੀ ਦੇ ਬਚਨ ਹਨ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋ ਧੱਕੇ ਖਾਏ। ਜਿਤ ਪੀਤੇ ਖਸਮ ਵਿਸਰੈ, ਦਰਗਹਿ ਮਿਲੈ ਸਜਾਏ, ਝੂਠਾ ਮਦ ਮੂਲ ਨ ਪੀਚਈ, ਜੇ ਕਾ ਪਾਰ ਵਸਾਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਅੰਮ੍ਰਿਤ ਕਾ ਵਾਪਾਰੀ ਹੋਵੈ, ਕਿਆ ਮਦ ਛੂਛੇ ਭਾਉ ਤਰੇ। ਅੰਮ੍ਰਿਤ ਪੀਓ, ਜ਼ਹਿਰ ਨਾ ਪੀਓ। ਬਾਣੀ ਪੜ੍ਹੋ, ਸਿਮਰਨ ਕਰੋ, ਸਤਿਗੁਰ ਦੇ ਨਾਮ ਦੇ ਨਾਲ ਜੁੜੋ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲ ਹੋਣ। ਅੰਮ੍ਰਿਤ ਛਕੋ, ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ। ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਸਮੂਹ ਸੰਗਤ ਦਾ, ਪ੍ਰਬੰਧਕ ਜਨਾਂ ਦਾ, ਮਹਾਂਪੁਰਸ਼ਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ASI ਸਾਹਿਬ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਉਹੀ ਸੰਗਤਾਂ ਦੇ ਦਰਸ਼ਨ ਕਰਾਉਂਦੇ ਹਨ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।